ਨਾਨਕ ਸਾਹਿਬ ਜੀ ਦਾ ਸਰਵਣ ਕੀਤਾ ਸੀ ਕਿ ਮੁਨਾਸਫ ਨਾਮ ਦੇ ਨਗਰ ਵਿੱਚ ਸਤਿਗੁਰੂ ਪਾਤਸ਼ਾਹ ਉਪਦੇਸ਼ ਦੇ ਰਹੇ ਨੇ। ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਕਰਤਾਰ ਦੇ ਵਿੱਚ ਯਕੀਨ ਔਰ ਭਰੋਸਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਜਿੱਥੇ ਉੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ को जी के अपने इतिहास और अपनी बाणी ਦੀਆਂ ਵਿਚਾਰਾਂ सतगुरु जी आप करवा ਲੈਣ और आप ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰੱਖੇ, ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਸਤਿਗੁਰੂ ਜੀ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਤ ਦੇਸ਼ ਸਤਿਗੁਰੂ ਸਿਦਾਰੇ ਸੰਤ ਮਤ ਮਤ ਜਾਹੇ ਉਦਾਰੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਨਾਨਕ ਪ੍ਰਕਾਸ਼, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਮੁਨਾਸਫ ਨਗਰ ਦੇ ਅੰਦਰ ਆਪਣਾ ਉਪਦੇਸ਼ ਬਖਸ਼ਿਸ਼ ਕੀਤਾ ਰਾਜੇ ਸਮੇਤ ਪ੍ਰਜਾ ਨੂੰ, ਤੇ ਉਹ ਤੋਂ ਬਾਅਦ 'ਚ ਮਾਲਕ ਪਾਤਸ਼ਾਹ ਅਨੰਤ ਨਗਰ ਵੱਲ ਸਤਿਗੁਰੂ ਜੀ ਚੱਲ ਪਏ, ਮਤਲਬ ਹੋਰ ਇਲਾਕੇ ਵਾਲੇ ਪਾਸੇ ਗੁਰੂ ਸਾਹਿਬ ਚੱਲੇ। ਜਿਹੜੇ ਮਾਲਕ ਪਾਤਸ਼ਾਹ ਜੀ ਸੰਤ ਰੂਪ ਅਕਾਲ ਪੁਰਖ ਪਰਮੇਸ਼ਵਰ ਰੂਪ ਕਰਤਾਰ ਸਰੂਪ ਭੈੜੀ ਮਤ ਦਾ ਨਾਸ਼ ਕਰਨ ਵਾਲੇ, ਮੰਦੀ ਮਤ ਨੂੰ ਖਤਮ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਅਗਲੇ ਪੈਂਡੇ ਦੇ ਉੱਤੇ ਚੱਲਦੇ ਹਨ। ਮੈਂ ਪੁੰਨ ਦੁਤੀਏ ਸੰਗ ਮਰਦਾਨਾ ਅਨੁਸਾਰੀਅਨ ਕਰਹਿ ਪਿਆਨਾ। ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਇੱਕ ਮੈਂ ਤੇ ਦੂਜੇ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਕਹਿ ਰਹੇ ਵੀ ਇੱਕ ਮੈਂ ਤੇ ਦੂਸਰੇ ਭਾਈ ਮਰਦਾਨਾ ਜੀ, ਅਸੀਂ ਦੋਵੇਂ ਵੀ ਸਤਿਗੁਰੂ ਜੀ ਦੇ ਨਾਲ ਤੁਰੇ ਜਾ ਰਹੇ ਹਾਂ, ਚੱਲਦੇ ਜਾ ਰਹੇ ਹਾਂ। ਔਰ ਜਿਵੇਂ ਮਾਲਕ ਪਾਤਸ਼ਾਹ ਜੀ ਆਖਦੇ ਨੇ ਅਸੀਂ ਉਹਨਾਂ ਦੇ ਅਨੁਸਾਰੀ ਹੀ ਪਿਆਨਾ ਕਰਦੇ ਹਾਂ। ਜਦੋਂ ਕਹਿੰਦੇ ਚੱਲਣਾ ਹੈ ਉਦੋਂ ਚੱਲ ਪੈਂਦੇ ਹਾਂ, ਜਦੋਂ ਉਹ ਕਹਿੰਦੇ ਨੇ ਆਪਾਂ ਰੁਕਣਾ ਤੇ ਅਸੀਂ ਸਾਹਿਬ ਦੀ ਆਗਿਆ ਮੰਨ ਕੇ ਟਿਕ ਜਾਂਦੇ ਹਾਂ। ਜਿਸ ਪਾਸੇ ਲੈ ਕੇ ਜਾ ਰਹੇ ਨੇ ਉਸੇ ਪਾਸੇ ਅਸੀਂ ਉਹਨਾਂ ਦੀ ਆਗਿਆ ਦੇ ਅਨੁਸਾਰੀ ਉਹਨਾਂ ਦੇ ਵਚਨ ਮੰਨਦਿਆਂ ਹੋਇਆਂ ਚੱਲ ਪੈਂਦੇ ਹਾਂ। ਮਾਰਗ ਚਲਤ ਗ੍ਰਾਮ ਇੱਕ ਹੀਰਾ ਤਹਿ ਤਰ ਕੇ ਤਰ ਕੀਨ ਬਸੇਰਾ। ਮਾਰਗ ਦੇ ਉੱਤੇ ਚੱਲਦਿਆਂ ਚੱਲਦਿਆਂ ਇੱਕ ਨਗਰ ਗ੍ਰਾਮ ਇੱਕ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਸਾਹਿਬ ਜੀ ਨੇ ਆਪਣੇ ਨੇਤਰਾਂ ਨਾਲ ਵੇਖਿਆ। ਕਹਿੰਦੇ ਜਦੋਂ ਗ੍ਰਾਮ ਵੇਖਿਆ ਤੇ ਗ੍ਰਾਮ ਬਹੁਤ ਸੋਹਣਾ ਸੀ, ਬਹੁਤ ਸੁੰਦਰ ਸੀ, ਪਿੰਡ ਬੜਾ ਵਧੀਆ ਹੈ। ਔਰ ਉਸ ਗ੍ਰਾਮ ਦੇ ਬਾਹਰ ਵਾਰ ਗੁਰੂ ਸਾਹਿਬ ਨੇ ਇੱਕ ਰੁੱਖ ਵੇਖਿਆ, ਸੁੰਦਰ ਸੋਹਣਾ ਦਰਖਤ ਵੇਖ ਕੇ, ਤੇ ਉਹਦੇ ਹੇਠਾਂ ਗੁਰੂ ਸਾਹਿਬ ਜੀ ਬੈਠ ਕੇ ਆਸਣ ਲਾ ਕੇ ਆਪਣਾ ਟਿਕਾਣਾ ਕਰ ਲੈਂਦੇ ਹਨ। ਸੰਤ ਜਾਣ ਤਹਿ ਕੇ ਨਰ ਆਏ ਹਿਰਦੈ ਭਾਉ ਤਰ ਸੀਸ ਝੁਕਾਏ। ਜਦੋਂ ਸਾਹਿਬ ਜੀ ਨੇ ਉੱਥੇ ਆਪਣਾ ਆਸਣ ਲਾਇਆ, ਟਿਕਾਣਾ ਕੀਤਾ, ਤੇ ਉੱਥੋਂ ਦੇ ਲੋਕਾਂ ਨੇ ਜਿਹੜੇ ਉਸ ਪਿੰਡ ਵਿੱਚ ਰਹਿਣ ਵਾਲੇ ਲੋਕ ਸਨ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਸੰਤ ਰੂਪ ਜਾਣਦਿਆਂ ਹੋਇਆਂ, ਮਤਲਬ ਇੱਕ ਭਲਾ ਪੁਰਸ਼ ਸਮਝਦਿਆਂ ਹੋਇਆਂ, ਚੰਗੇ ਗੁਣਾਂ ਦੇ ਮਾਲਕ ਜਾਣਦਿਆਂ ਹੋਇਆਂ, ਉਹ ਆਪਣੇ ਹਿਰਦੇ ਵਿੱਚ ਨਾ ਭਾਵੋ ਧਰ ਕੇ, ਪ੍ਰੇਮ ਧਰ ਕੇ ਵੀ ਉਹਨਾਂ ਨੇ ਤੇ ਇੱਕ ਹੀ ਰੱਬੀ ਪਿਆਰਾ ਚੱਲ ਕੇ ਆਇਆ, ਇੱਕ ਫਕੀਰ ਚੱਲ ਕੇ ਆਇਆ, ਇੱਕ ਸੰਤ ਚੱਲ ਕੇ ਆਏ ਨੇ, ਤੇ ਉਹ ਸਾਰੇ ਆਪਣੇ ਹਿਰਦਿਆਂ ਵਿੱਚ ਪਿੰਡ ਦੇ ਲੋਕ ਪ੍ਰੇਮ ਲੈ ਕੇ ਤੇ ਗੁਰੂ ਨਾਨਕ ਸਾਹਿਬ ਕੋਲ ਪਹੁੰਚਦੇ ਹਨ। ਅਨ ਆਨ ਦੀਨੋ ਹਿਤ ਕਸਣਾ ਬਿਨਾ ਜੁਗਤ ਬਾਨੀ ਪਨ ਰਸਣਾ। ਔਰ ਉਹਨਾਂ ਨੇ ਨਾ ਜਿੱਥੇ ਆਪ ਚੱਲ ਕੇ ਆਏ ਉੱਥੇ ਗੁਰੂ ਨਾਨਕ ਸਾਹਿਬ ਜੀ ਵਾਸਤੇ ਔਰ ਦੋਵਾਂ ਗੁਰਸਿੱਖਾਂ ਦੇ ਵਾਸਤੇ, ਭਾਈ ਬਾਲਾ ਜੀ ਭਾਈ ਮਰਦਾਨਾ ਜੀ ਵਾਸਤੇ ਉਹ ਅਸਨ ਵੀ ਲੈ ਕੇ ਆਏ, ਭੋਜਨ ਲੈ ਕੇ ਆਏ। ਭੋਜਨ ਬੜੇ ਪਿਆਰ ਨਾਲ ਛਕਣ ਵਾਸਤੇ ਲੈ ਕੇ ਆਂਦਾ, ਤੇ ਨਾਲੇ ਉੱਥੇ ਨਾ ਬਹਿ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਤੇ ਆਪਣੀ ਰਸਨਾ ਤੋਂ ਇਉਂ ਬਾਤ ਆਖਦੇ ਹਨ। ਤਿਨਕੀ ਬਿਨੈ ਸਰੋਣ ਭਰਪੂਰੀ ਨੈਣ ਕੋ ਕਰਨਾ ਜਨ ਪੂਰੀ। ਤੇ ਸਤਿਗੁਰੂ ਜੀ ਨੇ ਉਹਨਾਂ ਦੀ ਸਾਰੀ ਬੇਨਤੀ ਉਹਨਾਂ ਦੀ ਸੁਣੀ, ਉਹਨਾਂ ਨੇ ਆਪਣੀ ਬੇਨਤੀ ਗੁਰੂ ਸਾਹਿਬ ਅੱਗੇ ਕੀਤੀ ਤੇ ਮਾਲਕ ਜੀ ਨੇ ਸੁਣੀ। ਉਹਨਾਂ ਦੀ ਸਾਰੀ ਬੇਨਤੀ ਸੁਣਨ ਤੋਂ ਬਾਅਦ ਵਿੱਚ ਕਰੁਣਾ ਨਿਧਾਨ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਭਰੇ ਹੋਏ ਨੇਤਰ ਉਹਨਾਂ ਦੇ ਵੱਲ ਬੜੀ ਰਹਿਮਤ ਭਰੀ ਨਜ਼ਰ ਦੇ ਨਾਲ ਸਤਿਗੁਰੂ ਜੀ ਵੇਖਦੇ ਹਨ। ਕਿਤਕ ਦਿਵਸ ਕੀਨੋ ਸਿਵਰ ਕਰਨ ਨਰਨ ਕਲਿਆਣ। ਔਰ ਉਹਨਾਂ ਨੇ ਨਾ ਸਤਿਗੁਰੂ ਜੀ ਨੂੰ ਜਿੱਥੇ ਬਚਨ ਕੀਤੇ ਉੱਥੇ ਨਾਲ ਮਾਲਕ ਪਾਤਸ਼ਾਹ ਜੀ ਨੇ ਕਈ ਦਿਨ ਉੱਥੇ ਆਪਣਾ ਟਿਕਾਣਾ ਜਿਹੜਾ ਉਹ ਕੀਤਾ। ਹੁਣ ਜਿਹੜਾ ਗੁਰੂ ਸਾਹਿਬ ਦਾ ਟਿਕਾਣਾ ਸੀ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਹੈ, ਜਾਂ ਤੇ ਨਗਰ ਦੇ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ ਹੈ, ਜਾਂ ਭੁੱਲੇ ਔਰ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਹੈ। ਤੇ ਜੇ ਇਸ ਤਰੀਕੇ ਨਾਲ ਨਹੀਂ ਤੇ ਫਿਰ ਉਹਨਾਂ ਦਾ ਟਿਕਾਣਾ ਕਰਨ ਦਾ ਕਾਰਨ ਹੈ ਵੀ ਜਿਹੜੇ ਭਰਮ ਦੇ ਵਿੱਚ, ਕਿਸੇ ਭੁਲੇਖੇ ਦੇ ਵਿੱਚ ਲੋਕ ਬੈਠੇ ਨੇ, ਉਹਨਾਂ ਦਾ ਭਰਮ ਜਿਹੜਾ ਉਹਨੂੰ ਨਿਵਰਤ ਕਰਨ ਵਾਸਤੇ ਸਤਿਗੁਰੂ ਜੀ ਦਾ ਟਿਕਾਣਾ ਮਾਲਕ ਪਾਤਸ਼ਾਹ ਡੇਰਾ ਆਪਣਾ ਕਰ ਲੈਂਦੇ ਨੇ। ਸਤਿਗੁਰੂ ਜੀ ਨੇ ਕਈ ਦਿਨ, ਕਵੀ ਜੀ ਲਿਖਦੇ ਵੀ ਕਿਤਕ ਦਿਵਸ ਕੀਨੋ ਸਿਵਰ, ਸਿਵਰ ਦਾ ਮਤਲਬ ਟਿਕਾਣਾ, ਲੋਕਾਂ ਦਾ ਉਧਾਰ ਕਰਨ ਵਾਸਤੇ, ਮਨੁੱਖਾਂ ਦਾ ਕਲਿਆਣ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਈ ਦਿਨ ਉੱਥੇ ਆਪਣਾ ਆਸਣ ਲਾ ਰੱਖਿਆ। ਰਾਜ ਰਖੀ ਸਿਖਿਆਣ ਸੁਖਦ ਜੇ ਦਰਸ਼ਨ ਅਗਹਾਨ। ਗੁਰੂ ਸਾਹਿਬ ਜੀ ਜਿਹੜੇ ਰਿਸ਼ੀਆਂ ਦੇ ਵੀ ਰਾਜੇ ਨੇ, ਮਤਲਬ ਸਾਰੇ ਰਿਸ਼ੀ ਵੀ ਗੁਰੂ ਸਾਹਿਬ ਨੂੰ ਆਪਣਾ ਆਗੂ ਮੰਨਦੇ, ਆਪਣੇ ਤੋਂ ਸਿਰਮੌਰ ਮੰਨਦੇ। ਉਹ ਗੁਰੂ ਸਾਹਿਬ ਜਿਹੜੇ ਰਿਸ਼ੀਆਂ ਦੇ ਵੀ ਰਾਜੇ ਨੇ, ਆਪਣੇ ਪਿਆਰਿਆਂ ਨੂੰ ਸਿੱਖਿਆ ਦਿੰਦਿਆਂ ਹੋਇਆਂ, ਸੁੱਖਾਂ ਦੀ ਦਾਤ ਬਖਸ਼ਦਿਆਂ ਹੋਇਆਂ, ਜਿਨ੍ਹਾਂ ਦੇ ਦਰਸ਼ਨ ਕੀਤੇ ਆ ਸਾਰੇ ਦੇ ਸਾਰੇ ਪਾਪ ਵੀ ਖਤਮ ਹੋ ਜਾਂਦੇ ਹਨ। ਬਾਸੁਰ ਕਿਤਕ ਬੇਤੀਤੇ ਜਬ ਹੀ ਸੇਵੇ ਪ੍ਰੀਤ ਤਾਰ ਉਰ ਸਭ ਹੀ। ਉੱਥੇ ਕਈ ਦਿਨ ਗੁਜ਼ਰੇ, ਬਸ ਮਤਲਬ ਦਿਨ, ਕਈ ਦਿਨ ਜਦੋਂ ਉੱਥੇ ਗੁਜ਼ਰਦੇ ਨੇ ਨਾ, ਤੇ ਸਾਰੇ ਲੋਕ ਗੁਰੂ ਸਾਹਿਬ ਨਾਲ ਪ੍ਰੀਤ ਪਿਆਰ ਕਰਨ ਲੱਗੇ, ਮਤਲਬ ਸਾਰਿਆਂ ਦੇ ਹਿਰਦੇ 'ਚ ਸ਼ਰਧਾ, ਸਾਰਿਆਂ ਦੇ ਮਨਾਂ ਵਿੱਚ ਪਿਆਰ ਗੁਰੂ ਸਾਹਿਬ ਨਾਲ ਬਹੁਤ ਬਣ ਗਿਆ। ਤੇ ਸਾਰੇ ਹੀ ਗੁਰੂ ਸਾਹਿਬ ਨੂੰ ਬੜੇ ਪਿਆਰ ਦੇ ਨਾਲ, ਨਾਲੇ ਤੇ ਮਾਲਕ ਜੀ ਦੀ ਸੇਵਾ ਕਰਦੇ ਨੇ ਤੇ ਨਾਲੇ ਗੁਰੂ ਨਾਨਕ ਸਾਹਿਬ ਜੀ ਦੀ ਆਰਾਧਨਾ ਕਰਦੇ ਬੜੇ ਪ੍ਰੇਮ ਦੇ ਨਾਲ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਬਹੁਤ ਸਾਰੀ ਸ਼ਰਧਾ ਔਰ ਪ੍ਰੇਮ ਬਣ ਗਿਆ। ਏਕ ਦਿਵਸ ਮਹਿ ਕੀਣ ਤਿਆਰੀ ਨਿਜ ਨਿਕੇਤ ਕੀ ਸੋਚ ਸੰਭਾਰੀ। ਔਰ ਇੱਕ ਦਿਨ ਬੜਾ ਹੈਰਾਨੀਜਨਕ ਉੱਥੇ ਕੌਤਕ ਵਰਤਿਆ। ਕੌਤਕ ਇਹ ਵਰਤਿਆ ਵੀ ਸਤਿਗੁਰੂ ਜੀ ਬਿਰਾਜਮਾਨ ਨੇ, ਮਾਲਕ ਪਾਤਸ਼ਾਹ ਨੇ ਆਪਣਾ ਡੇਰਾ ਕੀਤਾ ਹੋਇਆ, ਜਿੱਥੇ ਨਗਰ ਵਾਲਿਆਂ ਨੇ ਗੁਰੂ ਸਾਹਿਬ ਜੀ ਦੇ ਟਿਕਣ ਦਾ ਟਿਕਾਣਾ ਬਣਾਤਾ, ਸਤਿਗੁਰੂ ਉੱਥੇ ਹੀ ਨੇ। ਔਰ ਜਿਹੜਾ ਬਾਕੀ ਸਾਰੇ ਨਗਰ ਦੇ ਲੋਕ ਨੇ, ਪਿੰਡ ਦੇ ਲੋਕ ਨੇ, ਉਹਨਾਂ ਨੇ ਆਪਣੇ ਘਰ-ਬਾਰ ਦਾ ਸਾਰਾ ਹੀ ਸਮਾਨ ਬੰਨ੍ਹ ਲਿਆ, ਇਕੱਠਾ ਕਰ ਲਿਆ। ਉਹਨਾਂ ਨੇ ਇਸ ਢੰਗ ਨਾਲ ਇਕੱਠਾ ਕੀਤਾ ਵੀ ਮੰਨੋ ਜਿਵੇਂ ਉਹ ਇੱਥੋਂ ਚੱਲਣ ਦਾ ਪ੍ਰਬੰਧ ਕਰ ਰਹੇ, ਸਾਰੇ ਦੇ ਸਾਰੇ ਪਿੰਡ ਦੇ ਲੋਕ। ਇੱਕ ਵੀ ਘਰ ਐਸਾ ਨਹੀਂ ਜਿਹਨੇ ਆਪਣਾ ਸਮਾਨ ਨਾ ਸੰਭਾਲਿਆ ਹੋਵੇ। ਸਾਰਿਆਂ ਨੇ ਆਪਣੇ ਆਪਣੇ ਘਰ ਦਾ ਲੋੜ ਵਾਲਾ ਜਿੰਨਾ ਵੀ ਘਰ ਵਿੱਚ ਸਮਾਨ ਸੀ ਨਾ, ਉਹ ਸਾਰਿਆਂ ਨੇ ਇਕੱਠੀਆਂ ਕਰਕੇ ਤੇ ਉਹਦੀ ਸੰਭਾਲ ਕਰ ਲਈ। ਤਿਨਕੀ ਰੀਤ ਹੇਰ ਕਰ ਸੁਆਮੀ ਪਣੇ ਬਚਨ ਸਭ ਅੰਤਰਜਾਮੀ। ਤੇ ਸਤਿਗੁਰੂ ਜੀ ਨੇ ਉਹਨਾਂ ਦੀ ਇਹ ਰੀਤ ਵੇਖੀ, ਉਹਨਾਂ ਦੇ ਕਰਮ ਵੇਖਿਆ ਵੀ ਇਹ ਸਮਾਨ ਇਕੱਠਾ ਕਰੀ ਜਾਂਦੇ, ਵੀ ਕੰਮ ਕੀ। ਜਦੋਂ ਮਾਲਕ ਪਾਤਸ਼ਾਹ ਜੀ ਨੇ ਉਹਨਾਂ ਦੀ ਇਸ ਰੀਤ ਨੂੰ ਵੇਖ ਲਿਆ, ਸਤਿਗੁਰੂ ਜੀ ਨੇ ਪੁੱਛ ਲਿਆ। ਗੁਰੂ ਪਾਤਸ਼ਾਹ ਜਿਹੜੇ ਅੰਤਰਜਾਮੀ ਨੇ, ਅੰਤਰਜਾਮਤਾ ਰੱਖਣ ਵਾਲੇ, ਹਿਰਦੇ ਦੀਆਂ ਜਾਣਨ ਵਾਲੇ, ਉਹਨਾਂ ਨੇ ਨਗਰ ਦਾ ਜਿਹੜਾ ਆਗੂ ਸੀ, ਉਸ ਆਗੂ ਨੂੰ ਧੰਨ ਗੁਰੂ ਨਾਨਕ ਸਾਹਿਬ ਸਵਾਲ ਕਰਦੇ ਹਨ। ਸਕਟਣ ਵਿਖਿਆ ਸੋਚ ਤੁਮ ਪਾਈ ਗ੍ਰਾਮ ਤਿਆਗ ਗਮਣੇ ਕੇ ਥਾਈ। ਸਤਿਗੁਰੂ ਜੀ ਨੇ ਉਹਨਾਂ ਨੂੰ ਨਾ ਸਵਾਲ ਕਰਦਿਆਂ ਹੋਇਆਂ ਆਖਿਆ, ਕਹਿੰਦੇ ਵੀ ਤੁਸੀਂ ਇਦਾਂ ਆਪਣਾ ਸਮਾਨ ਇਕੱਠਾ ਕੀਤਾ ਵੀ ਗੱਡਿਆਂ ਤੇ ਤੁਸੀਂ ਸਮਾਨ ਲੱਦ ਲਿਆ ਸਾਰਾ, ਇਹ ਤੇ ਇੰਜ ਲੱਗਦਾ ਵੀ ਜਿਵੇਂ ਤੁਸੀਂ ਆਪਣਾ ਪਿੰਡ ਛੱਡ ਕੇ ਚੱਲੇ ਹੋ। ਤੇ ਕਿਉਂ ਗੱਡਿਆਂ ਦੇ ਉੱਤੇ ਸਮਾਨ ਲੱਦਿਆ ਹੈ? ਸਕਟਣ ਲਫ਼ਜ਼ ਵਰਤਿਆ ਜਾਂਦਾ ਗੱਡਿਆਂ ਵਾਸਤੇ, ਵੀ ਗੱਡਿਆਂ ਦੇ ਉੱਤੇ ਤੁਸੀਂ ਸਮਾਨ ਲੱਦਿਆ, ਕੀ ਤੁਸੀਂ ਪਿੰਡ ਛੱਡ ਕੇ ਕਿਸੇ ਹੋਰ ਥਾਂ ਤੇ ਚੱਲੇ ਹੋ?
ਤੇ ਜੇ ਪਿੰਡ ਛੱਡ ਕੇ ਕਿਸੇ ਹੋਰ ਥਾਂ ਤੇ ਚੱਲੇ ਹੋ ਉਹਦਾ ਕਾਰਨ ਕੀ ਹੈ ਤੇ ਚੱਲੇ ਕਿੱਥੇ ਹੋ? ਹੁਣ ਸਤਿਗੁਰੂ ਜੀ ਉਹਨਾਂ ਕੋਲੋਂ ਪੁੱਛਣਾ ਚਾਹੁੰਦੇ ਵੀ ਉਹ ਕਿਉਂ ਛੱਡਣ ਲੱਗੇ ਨੇ ਤੇ ਕਿਉਂ ਚੱਲੇ, ਕਿੱਥੇ ਚੱਲੇ ਕਿੱਥੇ? ਸਤਿਗੁਰੂ ਜੀ ਨੇ ਜਦੋਂ ਇਹ ਸਵਾਲ ਉਸ ਮਨੁੱਖਾਂ ਨੂੰ ਪੁੱਛਣਾ ਕੀਤਾ, ਇਹ ਦੁੱਖ ਤੇ ਕਰ ਸਦਨ ਉਜਾਰਾ ਚਲੇ ਅਨੰਤ ਜੁਤ ਸਭ ਪਰਿਵਾਰਾ। ਸਾਹਿਬ ਕਹਿੰਦੇ ਵੀ ਇਦਾਂ ਕਿਉਂ? ਚੰਗੇ ਭਲੇ ਤੁਸੀਂ ਸਾਰੇ ਰਹਿ ਰਹੇ ਹੋ, ਸੋਹਣਾ ਤੁਹਾਡਾ ਪਰਿਵਾਰ ਹੈ, ਸਾਰੇ ਸੁੱਖਾਂ ਵਿੱਚ ਰਹਿ ਰਹੇ ਹੋ, ਤੇ ਇਦਾਂ ਆਪਣੇ ਘਰਾਂ ਨੂੰ ਛੱਡ ਕੇ, ਉਜਾੜ ਵਿੱਚ ਛੱਡ ਕੇ ਕਿੱਥੇ ਚੱਲੇ ਹੋ ਤੁਸੀਂ? ਐਸਾ ਕਿਹੜਾ ਦੁੱਖ ਜਾਂ ਐਸੀ ਕਿਹੜੀ ਮੁਸ਼ਕਲ ਤੁਸੀਂ ਵੇਖੀ ਹੈ ਵੀ ਜਿਸ ਮੁਸ਼ਕਲ ਸਦਕਾ ਤੁਸੀਂ ਆਪਣਾ ਘਰ ਉਜੜਦਾ ਜਿਹੜਾ ਉਹ ਵੀ ਛੱਡਣ ਨੂੰ ਤਿਆਰ ਹੋ ਵੀ ਅਸੀਂ ਉਜਾੜ ਹੀ ਛੱਡ ਕੇ ਚੱਲ ਜਾਵਾਂਗੇ, ਪਰ ਅਸੀਂ ਨਗਰ ਛੱਡ ਕੇ ਚਲੇ ਜਾਣਾ? ਐਸਾ ਤੁਸੀਂ ਕਿਹੜਾ ਦੁੱਖ, ਐਸੀ ਤੁਸੀਂ ਕਿਹੜੀ ਤਕਲੀਫ ਜਿਹੜੀ ਹੈ ਉਹ ਵੇਖੀ ਹੈ ਵੀ ਜਿਹੜਾ ਸਾਮਾਨ ਤੇ ਤੁਸੀਂ ਇਕੱਠਾ ਕੀਤਾ ਹੀ ਹੈ, ਆਪਣੇ ਪਰਿਵਾਰਾਂ ਦੇ ਸਾਰੇ ਜੀਅ ਵੀ ਤੁਸੀਂ ਨਾਲ ਲੈ ਕੇ ਚੱਲੇ ਹੋ, ਵੀ ਇਹ ਵੀ ਨਹੀਂ ਕੋਈ ਇੱਕ ਅੱਧਾ ਜੀਅ ਛੱਡ ਕੇ ਚਲੇ ਜਾਈ, ਵੀ ਸਾਰਾ ਪਰਿਵਾਰ ਸਾਰੇ ਸਾਮਾਨ ਦੇ ਨਾਲ ਤੁਸੀਂ ਕਿਉਂ ਇੱਥੋਂ ਚੱਲੇ ਹੋ? ਕਿਦੋਂ ਭਿਓ ਪੈ ਭੂਪਤ ਕਾਂ ਕੋ ਤੁਮਹੇ ਵਿਗਣ ਕੋ ਕਹੀਏ ਤਾਂ ਕੋ। ਵੀ ਕੀ ਤੁਹਾਨੂੰ ਕਿਸੇ ਰਾਜੇ ਨੇ ਕੋਈ ਡਰਾਇਆ ਹੈ, ਵੀ ਧਮਕੀ ਦਿੱਤੀ ਕਿਸੇ ਰਾਜੇ ਨੇ, ਵੀ ਜਾਂ ਤੁਹਾਨੂੰ ਕਿਸੇ ਨੇ ਖੌਫ ਦਿੱਤਾ ਹੋਵੇ ਵੀ ਭਾਈ ਜੇ ਤੁਸੀਂ ਨਗਰ ਨਾ ਛੱਡ ਕੇ ਗਏ ਤੇ ਤੁਹਾਨੂੰ ਮਾਰ ਦਿਆਂਗੇ? ਵੀ ਜੇ ਕਿਸੇ ਰਾਜੇ ਨੇ ਤੁਹਾਨੂੰ ਡਰਾਇਆ ਜਾਂ ਧਮਕਾਇਆ ਹੈ ਜਾਂ ਕੋਈ ਹੋਰ ਤੁਹਾਡੀ ਮੁਸ਼ਕਲ ਹੈ, ਐਸਾ ਕੋਈ ਵਿਘਨ ਜੇ ਆਪ ਜੀ ਨੇ ਵੇਖਿਆ ਹੈ ਤੇ ਆਪ ਜੀ ਆਪਣਾ ਦੁੱਖ, ਆਪਣੀ ਤਕਲੀਫ ਦੱਸਣੀ ਕਰੋ ਵੀ ਆਪਾਂ ਉਸ ਦੁੱਖ ਔਰ ਤਕਲੀਫ ਦਾ ਕੋਈ ਹੱਲ ਲੱਭੀਏ। ਸੁਣ ਕਰ ਸ੍ਰੀ ਗੁਰ ਕੇ ਬਚਨ ਮਾਨਵ ਜੋਗ ਕਰ ਬੰਦ। ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕਹੇ, ਹੁਣ ਮਨੁੱਖਾਂ ਨੂੰ ਜਿਹੜੀ ਮੁਸ਼ਕਲ ਸੀ ਉਹਨਾਂ ਨੇ ਉਹ ਮੁਸ਼ਕਲ ਸਾਹਿਬ ਜੀ ਨੂੰ ਦੱਸੀ, ਉਹਨਾਂ ਹੱਥ ਬੰਨ ਕੇ ਹੱਥ ਜੋੜ ਕੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਖੜੋ ਕੇ ਮਾਲਕ ਪਾਤਸ਼ਾਹ ਨੂੰ ਆਪਣੀ ਮੁਸ਼ਕਲ ਦੱਸਦੇ ਹਨ। ਨਿਜ ਬਿਰਥਾ ਭਖਤ ਪਏ ਅਗਰਜ ਦੋਖ ਨਿਕੰਦ। ਔਰ ਉਹਨਾਂ ਨੇ ਆਪਣੀ ਜਿਹੜੀ ਨਿਜ ਬਿਰਥਾ ਮਤਲਬ ਅਰਜ਼ੋਈ, ਭਖਤ ਮਤਲਬ ਬੋਲਣਾ, ਦੋਵੇਂ ਹੱਥ ਬੰਨ ਕੇ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਅੱਗੇ ਆਪਣੀ ਬਿਰਥਾ, ਆਪਣੀ ਅਰਜ਼ੋਈ ਇਉਂ ਆਖਦੇ ਹਨ। ਸੁਣੋ ਸੁਖਤ ਜੀ ਸ੍ਰੀ ਗੁਰੂ ਨਾਨਕ ਲਗੇ ਅਗਨ ਇਸ ਗ੍ਰਾਮ ਅਚਾਨਕ। ਸਤਿਗੁਰੂ ਜੀ ਨੂੰ ਉਹ ਕਹਿੰਦੇ ਵੀ ਇਹ ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀਓ, ਜੇ ਆਪ ਜੀ ਨੇ ਪੁੱਛਿਆ ਹੈ ਤੇ ਅਸੀਂ ਹੁਣ ਆਪ ਜੀ ਨੂੰ ਦੱਸਦੇ ਹਾਂ ਆਪਣਾ ਪਿੰਡ ਛੱਡ ਕੇ ਜਾਣ ਦਾ ਕਾਰਨ, ਕਿਉਂ ਛੱਡ ਕੇ ਚੱਲੇ ਹਾਂ। ਸਤਿਗੁਰੂ ਜੀ ਕਹਿੰਦੇ ਵੀ ਦੱਸੋ ਕਿਉਂ ਚੱਲੇ ਹੋ? ਕਹਿੰਦੇ ਮਾਲਕ ਜੀਓ, ਅਸੀਂ ਹੁਣ ਰਹਿ ਰਹੇ ਹਾਂ ਨਾ, ਜਿਨ੍ਹਾਂ ਪਿੰਡਾਂ ਵਿੱਚ ਅਸੀਂ, ਜਿਨ੍ਹਾਂ ਘਰਾਂ ਵਿੱਚ ਅਸੀਂ ਰਹਿ ਰਹੇ ਹਾਂ ਨਾ, ਬੜੇ ਲੰਮੇ ਅਰਸੇ ਤੋਂ ਅਸੀਂ ਵੇਖਦੇ ਆਉਂਦੇ ਹਾਂ ਵੀ ਇੱਥੇ ਘਰਾਂ ਨੂੰ ਆਪਣੇ ਆਪ ਹੀ ਅੱਗ ਲੱਗ ਜਾਂਦੀ ਹੈ। ਜਦੋਂ ਘਰਾਂ ਨੂੰ ਅੱਗ ਲੱਗ ਜਾਂਦੀ ਹੈ ਸਾਰਾ ਸਾਮਾਨ ਸੜ ਕੇ ਸਵਾਹ ਹੋ ਜਾਂਦਾ। ਸਾਡੇ ਪਰਿਵਾਰ ਦਾ ਜੇ ਕੋਈ ਜੀਅ ਵੀ ਘਰ ਵਿੱਚ ਹੋਵੇ ਨਾ ਤੇ ਉਹ ਜੀਅ ਵੀ, ਉਹ ਪਰਿਵਾਰਕ ਮੈਂਬਰ ਵੀ ਇਸੇ ਅੱਗ ਵਿੱਚ ਸੜ ਜਾਂਦਾ ਹੈ। ਵੀ ਅਸੀਂ ਇਸ ਕਾਰਨ ਕਰਕੇ ਇੱਥੋਂ ਇਹ ਪਿੰਡ ਦੇ ਘਰ ਛੱਡ ਕੇ ਕੁਝ ਸਮੇਂ ਵਾਸਤੇ ਇੱਥੋਂ ਅਸੀਂ ਚਲੇ ਜਾਂਦੇ ਹਾਂ। ਇਸ ਦੁੱਖ ਤੇ ਹਮ ਅਨੰਤ ਪਦਾਰੇ ਬੋਹਰ ਆਏ ਕਰ ਹੈ ਕਰ ਬਾਰੇ। ਅਸੀਂ ਇਸ ਦੁੱਖ ਕਰਕੇ ਇੱਥੋਂ ਚਲੇ ਜਾਈਦਾ ਵੀ ਅੱਗ ਲੱਗ ਜਾਂਦੀ ਘਰਾਂ ਨੂੰ, ਤੇ ਉਹ ਜਿਹੜੀ ਲੱਗੀ ਹੋਈ ਅੱਗ ਹੈ ਉਹਨੇ ਸਾਰਾ ਕੁਝ ਸਾੜ ਦੇਣਾ। ਇਸ ਲਈ ਅਸੀਂ ਕੀ ਕਰਦੇ ਹਾਂ, ਆਪਣੇ ਪਰਿਵਾਰ ਨੂੰ ਲੈ ਕੇ ਤੇ ਸਾਰਾ ਸਾਜੋ ਸਾਮਾਨ ਲੈ ਕੇ ਅਸੀਂ ਦੂਜੇ ਥਾਂ ਤੇ ਚਲੇ ਜਾਂਦੇ ਹਾਂ। ਤੇ ਜਦੋਂ ਦੂਜੇ ਥਾਂ ਤੇ ਚਲੇ ਜਾਂਦੇ ਹਾਂ ਅੱਗ ਘਰਾਂ ਨੂੰ ਫੇਰ ਲੱਗ ਜਾਂਦੀ ਹੈ, ਫਿਰ ਵੀ ਅੱਗ ਲੱਗਦੀ ਹੈ ਤੇ ਉਹ ਸਾਡੇ ਸਾਰੇ ਘਰ ਸੜ ਜਾਂਦੇ। ਉਸ ਤੋਂ ਬਾਅਦ ਵਿੱਚ ਮੁੜ ਅਸੀਂ ਫੇਰ ਇੱਥੇ ਆ ਜਾਂਦੇ ਹਾਂ। ਇੱਥੇ ਆ ਕੇ ਆਪਣਾ ਪੁਨਰਵਾਸ ਅਸੀਂ ਦੁਬਾਰਾ ਕਰ ਲੈਂਦੇ, ਦੁਬਾਰਾ ਫੇਰ ਅਸੀਂ ਆਪਣੇ ਘਰ ਬਣਾ ਕੇ ਤੇ ਟਿਕਾਣਾ ਕਰ ਲੈਂਦੇ ਹਾਂ। ਛਠੇ ਮਾਸ ਇੱਕ ਬਾਸੁਰ ਮਾਹੀ ਅਗਣ ਸੰਗ ਜਾਵੇ ਕੋ ਦਾਹੀ। ਵੀ ਇੱਥੇ ਨਾ ਇਹ ਜਿਹੜਾ ਕੌਤਕ ਹੈ ਗੁਰੂ ਸਾਹਿਬ ਕਹਿੰਦੇ ਵੀ ਕਿੰਨੇ ਚਿਰ ਵਾਸਤੇ ਬਾਅਦ ਹੁੰਦਾ ਹੈ, ਇਹਦੇ ਜੀ 6 ਮਹੀਨਿਆਂ ਦਾ ਸਮਾਂ ਲੱਗਦਾ ਹੈ। ਵੀ 6 ਮਹੀਨਿਆਂ ਬਾਅਦ ਇੱਕ ਦਿਨ ਆਉਂਦਾ ਹੈ ਜਿਸ ਦਿਨ ਸਾਡੇ ਘਰਾਂ ਨੂੰ ਅੱਗ ਲੱਗ ਜਾਂਦੀ ਹੈ, ਤੇ 6 ਮਹੀਨੇ ਬਾਅਦ ਦੁਬਾਰਾ ਫੇਰ ਇਹੀ ਅਸੀਂ ਵਾਪਸ ਆਉਂਦੇ ਹਾਂ, ਆ ਕੇ ਆਪਣੇ ਘਰ ਬਣਾਈਦੇ ਨੇ। 6 ਮਹੀਨੇ ਗੁਜ਼ਰਦੇ, 6 ਮਹੀਨੇ ਬਾਅਦ ਫੇਰ ਅੱਗ ਲੱਗ ਜਾਂਦੀ ਹੈ। ਵੀ ਇਹ ਜਿਹੜਾ ਸਿਲਸਿਲਾ ਨਾ ਸਾਲ ਦੇ ਵਿੱਚ 2 ਵਾਰ ਚੱਲਦਾ ਹੈ, 2 ਵਾਰ ਸਾਡੇ ਬਣਾਏ ਹੋਏ ਘਰਾਂ ਨੂੰ ਅੱਗ ਲੱਗ ਜਾਂਦੀ ਹੈ। ਕੇਤਕ ਦਿਵਸ ਸਦਨ ਇਹ ਤਜ ਕੈ ਬਸ ਹੈ ਅਨੰਤ ਗ੍ਰਾਮ ਪੈ ਭਜ ਕੈ। ਇਸ ਲਈ ਅਸੀਂ ਕੁਝ ਕੁ ਦਿਨ ਆਪਣੇ ਇਸ ਪਿੰਡ ਨੂੰ ਛੱਡ ਕੇ ਤੇ ਆਪਣੇ ਮਨਾਂ ਵਿੱਚ ਡਰ ਰੱਖ ਕੇ, ਡਰੀਏ ਨਾ ਜਿਸ ਕਰਕੇ ਅਸੀਂ ਪਿੰਡ ਛੱਡ ਕੇ ਚਲੇ ਜਾਈਦਾ, ਆਪਣੇ ਹਿਰਦਿਆਂ ਵਿੱਚ ਭੈ ਰੱਖ ਕੇ, ਡਰ ਰੱਖ ਕੇ ਤੇ ਅਸੀਂ ਪਿੰਡ ਛੱਡ ਕੇ ਦੂਸਰੇ ਥਾਂ ਤੇ ਜਾ ਕੇ ਆਪਣਾ ਟਿਕਾਣਾ ਕੁਝ ਚਿਰ ਵਾਸਤੇ ਲਾ ਲੈਂਦੇ ਹਾਂ। ਆਪ ਚਲੋ ਜੇ ਸੰਗ ਹਮਾਰੇ ਸੇਵੇ ਸਭ ਬੇਦ ਚਰਨ ਤੁਮਾਰੇ। ਜੇ ਹੁਣ ਆਪ ਜੀ ਵੀ ਸਾਡੇ ਨਾਲ ਚੱਲੋ, ਕਿਉਂਕਿ ਸਾਨੂੰ ਡਰ ਇਹ ਹੈ ਵੀ ਤੁਸੀਂ ਵੀ ਇੱਥੇ ਹੋ, ਕਿਤੇ ਤੁਹਾਡਾ ਕੋਈ ਨੁਕਸਾਨ ਨਾ ਹੋ ਜਾਏ, ਵੀ ਤੁਸੀਂ ਵੀ ਸਾਡੇ ਨਾਲ ਚੱਲੋ। ਤੇ ਜਦੋਂ ਸਾਡੇ ਨਾਲ ਚੱਲੋਗੇ ਉੱਥੇ ਆਪ ਜੀ ਦੇ ਰਹਿਣ ਵਾਸਤੇ ਵੀ ਅਸੀਂ ਪ੍ਰਬੰਧ ਕਰ ਦਾਂਗੇ, ਉੱਥੇ ਪ੍ਰਬੰਧ ਕਰਾਂਗੇ ਤੇ ਹਰ ਪ੍ਰਕਾਰ ਦੇ ਨਾਲ ਅਸੀਂ ਆਪ ਜੀ ਦੀ ਸੇਵਾ ਵੀ ਕਰਾਂਗੇ, ਆਪ ਜੀ ਦੇ ਚਰਨਾਂ ਦੀ ਸੇਵਾ ਕਰਾਂਗੇ, ਆਪ ਜੀ ਦਾ ਜਿੰਨਾ ਸਾਡੀ ਸਮਰੱਥਾ ਹੋਈ ਆਪਣੀ ਸਮਰੱਥਾ ਦੇ ਮੁਤਾਬਕ ਅਸੀਂ ਆਪ ਜੀ ਦੀ ਸੇਵਾ ਸੰਭਾਲ ਵੀ ਕਰਾਂਗੇ। ਸੰਤ ਰੂਪ ਤੁਮ ਪਰਉਪਕਾਰੀ ਪੁਨ ਇੱਛਾ ਜੋ ਕਰੋ ਤੁਮਾਰੀ। ਆਪ ਜੀ ਉਹ ਸੰਤ ਰੂਪ ਸੁਭਾਵ ਆਪ ਜੀ ਦਾ ਪਰਉਪਕਾਰ ਵਾਲਾ ਹੈ। ਅਸੀਂ ਆਪ ਜੀ ਅੱਗੇ ਅਰਜ਼ੋਈ ਕਰਦੇ ਹਾਂ ਵੀ ਆਪ ਜੀ ਸਾਡੇ ਨਾਲ ਚੱਲੋ ਅਗਾਂਹ, ਜਿਵੇਂ ਸਾਹਿਬ ਜੀ ਉਹ ਆਪ ਜੀ ਦੀ ਇੱਛਾ, ਆਪ ਜੀ ਦੀ ਮਰਜ਼ੀ, ਜਿਵੇਂ ਆਪ ਜੀ ਚਾਹੋ ਉਸੇ ਪ੍ਰਕਾਰ ਆਪ ਜੀ ਕਰ ਲਵੋ। ਕਰੁਣਾ ਕਰ ਬੋਲੇ ਬਚਨ ਸ਼੍ਰੀ ਬੇਦੀ ਕੁਲਕੇਤ। ਸਤਿਗੁਰੂ ਜੀ ਨੇ ਉਹਨਾਂ ਦੀ ਅਰਜ਼ੋਈ ਸੁਣੀ, ਸੁਣ ਕੇ ਅਰਜ਼ੋਈ ਮਾਲਕ ਪਾਤਸ਼ਾਹ ਨੇ ਉਹਨਾਂ ਦੇ ਹਿਰਦੇ ਦੀ ਬਿਰਥਾ ਨੂੰ ਸਮਝਿਆ ਜਾਣਿਆ, ਔਰ ਹਿਰਦੇ ਦੀ ਬਿਰਥਾ ਸਮਝਦਿਆਂ ਹੋਇਆਂ ਕਰੁਣਾ ਨਿਧਾਨ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਆਪਣੀ ਰਸਨਾ ਤੋਂ ਰਹਿਮਤ ਭਰੇ ਬਚਨ, ਸੁਖ ਦੇਣ ਵਾਲੀ ਬਾਣੀ ਸਤਿਗੁਰੂ ਜੀ ਆਖਦੇ ਹਨ। ਤਾਰੋ ਸਿੱਖੀ ਗੁਰੂ ਕੀ ਪੁਨ ਨਹਿ ਜਲੇ ਨਿਕੇਤ। ਸਤਿਗੁਰੂ ਕਹਿੰਦੇ ਵੀ ਤੁਸੀਂ ਆਪਣੇ ਜੀਵਨਾਂ ਦੇ ਵਿੱਚ ਗੁਰੂ ਉਪਦੇਸ਼ ਜਿਹੜਾ ਨਾ ਇਹ ਵਸਾ ਲਓ। ਜਦੋਂ ਗੁਰੂ ਉਪਦੇਸ਼ ਵਸਾ ਲਓਗੇ, ਗੁਰੂ ਦਾ ਗਿਆਨ ਵਸਾ ਲਓਗੇ ਜੀਵਨਾਂ ਦੇ ਵਿੱਚ, ਮੁੜ ਕੇ ਕਦੇ ਘਰਾਂ ਨੂੰ ਅੱਗ ਨਹੀਂ ਲੱਗੇਗੀ, ਮੁੜ ਕੇ ਕਦੇ ਵੀ ਘਰਾਂ ਨੂੰ ਤੁਹਾਡੇ ਨਾ ਅੱਗ ਲੱਗੇਗੀ, ਨਾ ਕੋਈ ਦੁੱਖ ਤੇ ਨਾ ਤਕਲੀਫ ਆਏਗਾ। ਵੀ ਆਪ ਜੀ ਇਉਂ ਕਰੋ, ਗੁਰੂ ਦਾ ਉਪਦੇਸ਼ ਗਿਆਨ ਆਪਣੇ ਜੀਵਨਾਂ ਵਿੱਚ ਵਸਾ ਲਓ। ਸਤਨਾਮ ਕੋ ਜਪ ਜਪੀਜੈ ਉਰ ਤੇ ਡਰ ਕੋ ਦੂਰ ਕਰੀਜੈ। ਤੇ ਜਿਹੜਾ ਤੁਸੀਂ ਆਪਣੇ ਹਿਰਦਿਆਂ ਵਿੱਚ ਡਰ ਰੱਖਿਆ ਹੈ ਉਸ ਡਰ ਦਾ ਤਿਆਗ ਕਰੋ, ਡਰ ਛੱਡ ਕੇ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਚਿੰਤਨ ਵਿੱਚ ਜੁੜੋ। ਸਤਨਾਮ ਨੂੰ ਭਜੋ, ਮਤਲਬ ਰੱਬ ਜੀ ਨੂੰ ਚੇਤੇ ਕਰੋ। ਉਹਨੂੰ ਚੇਤੇ ਕਰਦਿਆਂ ਹੋਇਆਂ ਆਪਣੇ ਹਿਰਦਿਆਂ ਵਿਚਲਾ ਖੌਫ, ਹਿਰਦਿਆਂ ਵਿਚਲਾ ਡਰ ਇਹਨੂੰ ਦੂਰ ਕਰ ਦਿਓ, ਡਰ ਛੱਡ ਦਿਓ, ਰੱਬ ਜੀ ਨਾਲ ਚਿੱਤ ਜੋੜ ਲਓ, ਮਤਲਬ ਚਿੰਤਾ ਤਿਆਗ ਦਿਓ ਤੇ ਚਿੰਤਨ ਵਿੱਚ ਜੁੜ ਜਾਓ। ਹੁਣ ਖਿਆਲ ਰੱਖੀਏ, ਇੱਥੇ ਜਿਹੜਾ ਉਪਦੇਸ਼ ਸਤਿਗੁਰੂ ਜੀ ਦੇ ਰਹੇ, ਇਹ ਮਾਲਕ ਪਾਤਸ਼ਾਹ ਜੀ ਨੇ ਇੱਕ ਸੰਸਾਰਕ ਰੂਪ ਦੇ ਵਿੱਚ ਪ੍ਰਤੀਕ ਕੌਤਕ ਸਤਿਗੁਰੂ ਜੀ ਨੇ ਵਰਤਾਇਆ। ਕਿਉਂਕਿ ਸਾਡੇ ਜੀਵਨਾਂ ਦੀ ਅਸੀਂ ਜਦੋਂ ਬਾਤ ਕਰਦੇ ਨਾ, ਭਗਤ ਕਬੀਰ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਉਹਨਾਂ ਨੇ ਜ਼ਿਕਰ ਕਰਦਿਆਂ ਆਖਿਆ, ਕਹਿੰਦੇ ਵੀ ਇੱਕ ਕਾਠ ਦੀ ਕੋਠੀ ਹੈ, ਉਹਦੇ ਵਿੱਚ ਨਾ ਮੂਰਖ ਲੋਕ ਵੀ ਬੈਠੇ ਤੇ ਉਹਦੇ ਵਿੱਚ ਪੰਡਿਤ ਲੋਕ ਵੀ ਬੈਠੇ ਹੋਏ, ਤੇ ਉਹ ਜਿਹੜੀ ਕਾਠ ਦੀ ਕੋਠੀ ਹੈ ਨਾ, ਝੌਂਪੜੀ ਹੈ ਜਿਹੜੀ ਕਾਠ ਦੀ, ਉਹਨੂੰ 10 ਦਿਸ਼ਾਵਾਂ ਤੋਂ ਅੱਗ ਲੱਗ ਗਈ। ਕਬੀਰ ਕੋਠੀ ਕਾਠ ਕੀ 10 ਦਿਸ਼ ਲੱਗੀ ਆਗ, 10 ਪਾਸਿਆਂ ਤੋਂ ਅੱਗ ਲੱਗੀ। ਪੰਡਿਤ ਜਲ ਮੂਏ, ਮੂਰਖ ਉਭਰੇ ਭਾਗ। ਜਿਹੜੇ ਤੇ ਆਪਣੇ ਆਪ ਨੂੰ ਕਹਿੰਦੇ ਅਸੀਂ ਬਹੁਤ ਸਿਆਣੇ ਆ, ਸਾਡੇ ਅੱਗੇ ਹੈ ਕੋਈ ਨਹੀਂ, ਉਹ ਸਾਰੀ ਸੜ ਗਏ। ਜਿਹੜੇ ਮੂਰਖ ਸੀ ਉਭਰੇ ਭਾਗ, ਉਹ ਚੰਗੇ ਭਾਗਾਂ ਵਾਲੇ ਬਚ ਗਏ, ਉਹਨਾਂ ਦਾ ਬਚਾਅ ਹੋ ਗਿਆ। ਜਿਹੜੇ ਸਿਆਣੇ ਸੀ ਉਹ ਸੜ ਗਏ ਸਾਰੀ। ਬਹੁਤੀ ਸਿਆਣਪ ਵੀ ਇਨਸਾਨ ਨੂੰ ਮਾਰਦੀ ਹੈ।
ਬਹੁਤੀ ਸਿਆਣਪ ਕਦੇ ਕੁਝ ਸਵਾਰਦੀ ਨਹੀਂ, ਬਹੁਤੀ ਸਿਆਣਪ ਹਮੇਸ਼ਾ ਵਿਗਾੜਦੀ ਹੈ। ਜਦੋਂ ਆਪਾਂ ਓਵਰ ਕੌਨਫੀਡੈਂਸ ਕਹਿ ਦਿੰਦੇ ਹਾਂ, ਜਦੋਂ ਜੀਵ ਓਵਰ ਕੌਨਫੀਡੈਂਸ ਹੋ ਜਾਂਦਾ ਨਾ, ਉਦੋਂ ਕਦੇ ਵੀ ਕੰਮ ਸਿੱਧਾ ਨਹੀਂ ਹੁੰਦਾ, ਸਗੋਂ ਕਾਰਜ ਵਿਗੜਦਾ ਹੀ ਹੈ। ਹਾਂ, ਕੌਨਫੀਡੈਂਸ ਹੋਣਾ ਲਾਜ਼ਮੀ ਹੈ, ਜ਼ਰੂਰੀ ਹੈ, ਪਰ ਓਵਰ ਕੌਨਫੀਡੈਂਸ ਹੋ ਜਾਣਾ ਨੁਕਸਾਨਦੇਹ ਹੈ। ਹੁਣ ਬਾਬਾ ਕਬੀਰ ਸਾਹਿਬ ਕਹਿੰਦੇ ਵੀ ਜਿੰਨੇ ਉਹਦੇ ਵਿੱਚ ਓਵਰ ਕੌਨਫੀਡੈਂਸ ਬੈਠੇ ਸੀ ਸਾਰੇ, ਵੀ ਜਿਨ੍ਹਾਂ ਨੂੰ ਇਹ ਸੀ ਵੀ ਅਸੀਂ ਤਾਂ ਬਚ ਹੀ ਜਾਣਾ, ਸਾਡੇ ਕੋਲ ਬੜੇ ਤਰੀਕੇ, ਆਪਾਂ ਲੰਘ ਜਾਣਾ ਬਾਹਰ, ਇਹ ਅੱਗ ਲੱਗੀ ਨਾ ਜਿਹੜੀ, ਇਸ ਅੱਗ ਚੋਂ ਸਾਨੂੰ ਕੋਈ ਨਹੀਂ ਸਾੜ ਸਕਦਾ, ਅਸੀਂ ਬਾਹਰ ਲੰਘ ਜਾਣਾ। ਤੇ ਜਿਹੜੇ ਕਹਿੰਦੇ ਸੀ ਵੀ ਸਾਨੂੰ ਤੇ ਇਹ ਨਹੀਂ ਵੀ ਜੇ ਬਚਣਾ ਹੋਇਆ ਤੇ ਜਾਵਾਂਗੇ, ਬਚ ਕੋਈ ਨਾ ਕੋਈ ਰਾਹ ਲੱਭ ਗਿਆ ਤੇ ਲੰਘ ਜਾਾਂਗੇ, ਤੇ ਜੇ ਨਹੀਂ ਜਿਵੇਂ ਰੱਬ ਜੀ ਕੀ ਰਾਜਾ ਉਵੇਂ ਹੋ ਜਾਏਗਾ, ਉਹ ਜਿਹੜੇ ਇਦਾਂ ਕਹਿਣ ਵਾਲੇ ਸੀ ਉਹ ਤੇ ਗਏ ਬਚ, ਜਿਹੜੇ ਕਹਿੰਦੇ ਸੀ ਸਾਡੇ ਕੋਲ ਰਾਹ ਬੜੇ ਉਹ ਸਾਰੀ ਮੱਚ ਗਏ, ਸਾਰੀ ਸੜ ਗਏ। ਹੁਣ ਇਸੇ ਤਰ੍ਹਾਂ ਇੱਕ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਹੋਰ ਹੈ, ਜਿੱਥੇ ਉਹ ਜ਼ਿਕਰ ਕਰਦੇ ਆ, ਆਖਦੇ ਦੇਖੋ ਭਾਈ ਗਿਆਨ ਕੀ ਆਈ ਆਂधी, सबे उड़ानी भ्रम की टाटी रहे ना माया बंधी, दुचिते की दोई थून ज्ञानी मोह बलेना टूटा, तृष्णा शान परी तिस उपर दुरमत भांडा फूटा। एक घर ये भी है जो उड्डना चाहिए, जो बाकी खत्म होना चाहिए। मतलब अज्ञानता का पाया होया घर सड़ना चाहिए, अज्ञानता का बनया होया घर उड्डना चाहिए, खत्म होना चाहिए। वो उदों उड्डेगा जो ज्ञान का तूफान आएगा। तो जोड़ा जीव अपने जीवन के अंदर हुण इत्थे जिहड़ा जिक्र कीता साहिब जी ने, जो वो नगर विच पिंड विच कौतक वरतारे, मालिक पातशाह ने यह आख्या कि अपनी जिंदगियां दे विच जदों तुसीं ज्ञान दा धारण कर लओगे, गुरु का उपदेश धारण कर, फिर घरां नूं कदे अग नहीं लगेगी। ਜਦੋਂ ਗੁਰੂ ਦਾ ਉਪਦੇਸ਼ ਧਾਰਨ ਕਰੋ, ਉਹ ਸਾਰਿਆਂ ਨੇ ਗੁਰੂ ਸਾਹਿਬ ਜੀ ਕੇ ਬਚਨਾਂ ਨੂੰ ਸੁਣਨਾ ਕੀਤਾ। ਮਨ ਬਾਸ਼ਤ ਸੁਖ ਪਾਏ ਕਨੇਰੇ, ਬਸੋ ਸ਼ਾਂਤ ਸੋ ਆਪਣੇ ਡੇਰੇ। ਤੇ ਜੋ ਮਨ ਦੀ ਇੱਛਾ ਹੋਏਗੀ ਉਹ ਸਭ ਮਿਲੇਗਾ। ਤੇ ਆਪਣੇ ਆਪਣੇ ਘਰਾਂ ਦੇ ਵਿੱਚ ਬੇਖੌਫ ਹੋ ਕੇ ਰਹੋ, ਤੁਹਾਡੇ ਘਰ ਦਾ ਕੁਝ ਨਹੀਂ ਵਿਗੜੇਗਾ ਜੇ ਗੁਰੂ ਉਪਦੇਸ਼ ਜੀਵਨਾਂ ਵਿੱਚ ਧਾਰ ਲਵੋਗੇ। ਅਬ ਤੇ ਲਗੇ ਨਾ ਅਗਨ ਅਗਾਰੀ, ਧਰਮਸ਼ਾਲ ਸੁਠ ਰਚੋ ਸਵਾਰੀ। ਇੱਕ ਨਗਰ ਵਿੱਚ ਪਿੰਡ ਵਿੱਚ ਧਰਮਸ਼ਾਲਾ ਬਣਾਓ, ਤੇ ਫਿਰ ਅੱਜ ਤੋਂ ਬਾਅਦ ਤੁਹਾਡੇ ਘਰਾਂ ਨੂੰ ਕਦੇ ਅੱਗ ਨਹੀਂ ਲੱਗਣੀ। ਬੇਖੌਫ ਹੋ ਕੇ ਜਿਵੇਂ ਰਹਿ ਰਹੇ ਹੋ ਇਦਾਂ ਹੀ ਰਹੋ, ਨਾ ਤੁਹਾਡੇ ਘਰਾਂ ਨੂੰ ਕੋਈ ਛੱਡ ਆਵੇ, ਨਾ ਤੁਹਾਡੇ ਘਰਾਂ ਨੂੰ ਕਦੇ ਲੱਗੇ ਅੱਗ। ਜੇ ਗੁਰੂ ਉਪਦੇਸ਼ ਜੀ ਸਭ ਤੋਂ ਮਤਲਬ ਜਿਹੜੀ ਮੇਨ ਬਾਤ ਕਹਿ ਸਕਦੇ ਹਾਂ ਜੋ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਉਹ ਇਹੋ ਵੀ ਜ਼ਿੰਦਗੀ ਵਿੱਚ ਗਿਆਨ ਦਾ ਹੋਣਾ ਲਾਜ਼ਮੀ ਹੈ। ਜੇ ਗਿਆਨ ਹੈ ਤੇ ਅਗਿਆਨਤਾ ਜਿਹੜਾ ਨਾ, ਅਗਿਆਨਤਾ ਦੇ ਬਣੇ ਹੋਏ ਘਰ ਉਸ ਗਿਆਨ ਨੇ ਉਡਾ ਦੇਣੇ। ਜਦੋਂ ਗਿਆਨ ਦਾ ਘਰ ਬਣ ਗਿਆ ਉਹ ਕਦੇ ਸੜੇਗਾ ਨਹੀਂ। ਫਿਰ ਆਪਣੇ ਜੀਵਨਾਂ ਵਿੱਚ ਅਸੀਂ ਗਿਆਨ ਨੂੰ ਵਸਾਉਣਾ ਹੈ, ਪਰ ਅਸੀਂ ਅਗਿਆਨਤਾ ਵਸ ਹੋ ਕੇ ਜ਼ਿੰਦਗੀਆਂ ਜਿਉ ਰਹੇ ਹਾਂ। ਜਦੋਂ ਅਗਿਆਨਤਾ ਵਸ ਹੋ ਕੇ ਜਿਉਂਦੇ ਹਾਂ ਉਹ ਦੁੱਖ ਵੀ ਆਉਂਦਾ, ਤਕਲੀਫ ਵੀ ਆਉਂਦੀ ਹੈ, ਤੇ ਮਾਲਕ ਕਹਿੰਦੇ ਉਹੀ ਛੱਡਣਾ ਬਸ। ਤੇ ਸਤਿਗੁਰੂ ਜੀ ਨੇ ਜਦੋਂ ਇਸ ਪ੍ਰਕਾਰ ਬਚਨ ਆਖੇ ਵੀ ਆਪ ਜੀ ਇਸ ਨਗਰ ਵਿੱਚ ਬੇਖੌਫ ਹੋ ਕੇ ਰਹਿਣਾ ਕਰੋ। ਸੰਤ ਅਥਿਤ ਕੀ ਕੀਜਾ ਸੇਵਾ, ਮਹਿਮਾ ਕੀਰਤ ਕੋ ਲਖ ਪੇਵਾ। ਤੇ ਦੂਜਾ ਕਹਿੰਦੇ ਕਿਸੇ ਵੀ ਲੋੜਵੰਦ ਨੂੰ ਲੋੜ ਪੂਰੀ ਕੀਤੇ ਬਿਨਾਂ ਜਾਣ ਨਹੀਂ ਦੇਣਾ। ਜੇ ਕੋਈ ਲੋੜਵੰਦ ਆ ਜਾਏ ਉਹਦੀ ਸੇਵਾ ਕਰੋ, ਜ਼ਰੂਰਤਮੰਦ ਆ ਜਾਏ, ਰੱਬੀ ਰੂਪ ਆ ਜਾਏ, ਉਹਦੀ ਸੇਵਾ ਕਰੋ, ਔਰ ਉਹਦੀ ਸੇਵਾ ਕਰਦਿਆਂ ਹੋਇਆਂ ਅਕਾਲ ਪੁਰਖ ਜੀ ਕੇ ਚਿੰਤਨ ਵਿੱਚ ਵੀ ਜੁੜਨਾ ਕਰੋ। ਸੁਣ ਕਰ ਉਰ ਕਰ ਹਰਖ ਵਿਸ਼ਾਲਾ, ਸਿੱਖੀ ਗ੍ਰਹਿਣ ਕਰੀ ਤਤਕਾਲਾ। ਉਹ ਸਾਰੇ ਬੜੇ ਖੁਸ਼, ਕਿਹਦਾ ਚਿੱਤ ਕਰਦਾ 6 ਮਹੀਨਿਆਂ ਬਾਅਦ ਘਰ ਛੱਡ ਕੇ ਜਾਣ ਨੂੰ ਤੇ ਵਾਪਸ ਪਰਤੇ ਤੇ ਘਰ ਹੋਵੇ ਹੀ ਨਾ, ਕਿਹਦਾ ਚਿੱਤ ਕਰਦਾ? ਉਹ ਸਾਰੇ ਬੜੇ ਖੁਸ਼ ਹੋਏ ਵੀ ਸ਼ੁਕਰ ਹੈ ਕੋਈ ਭਲਾ ਪੁਰਸ਼ ਆਇਆ ਜਿਹਨੇ ਸਾਡੇ ਘਰ ਰੱਖਣ ਦੀ ਗੱਲ ਕੀਤੀ। ਪਰ ਸਾਨੂੰ ਬੜੇ ਹੋਏ, ਖੁਸ਼ ਬਹੁਤ ਹੋਏ, ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਆਖਦੇ ਵੀ ਕਿਰਪਾ ਕਰੋ ਫਿਰ ਹੁਣ ਆਪ ਜੀ ਰਹਿਮਤ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ। ਜਿਹੜਾ ਆਪ ਜੀ ਗੁਰੂ ਉਪਦੇਸ਼ ਦ੍ਰਿੜ ਕਰਨ ਦੀ ਬਾਤ ਕਰ ਰਹੇ ਹੋ ਨਾ, ਉਹ ਦ੍ਰਿੜ ਕਰਵਾਓ ਸਾਨੂੰ। ਉਹ ਕਿਹੜਾ ਉਪਦੇਸ਼ ਹੈ ਜਿਹੜਾ ਅਸੀਂ ਦ੍ਰਿੜ ਕਰਨਾ ਹੈ, ਜਿਹਦੇ ਸਦਕਾ ਸਾਡਾ ਇਹਨੂੰ ਆਪਣੇ ਘਰਾਂ ਨੂੰ ਛੱਡ ਕੇ ਜਾਣ ਵਾਲੀ ਵਾਰਤਾ ਖਤਮ ਹੋ ਜਾਏ, ਵੀ ਅਸੀਂ ਆਪਣੇ ਘਰਾਂ ਵਿੱਚ ਸੁੱਖ ਨਾਲ, ਆਨੰਦ ਨਾਲ, ਪ੍ਰਸੰਨਤਾ ਨਾਲ ਰਹਿ ਸਕੀਏ। ਗਮਨ ਨਾ ਕੀਣ ਗ੍ਰਾਮ ਜੇ ਆਨਾ, ਮਾਨ ਸੋ ਬਚਨ ਵਸੇ ਨਿਜ ਤਾਨਾ। ਉਹਨਾਂ ਨੇ ਸਾਹਿਬ ਜੀ ਕੇ ਬਚਨ ਮੰਨੇ, ਉਹ ਗ੍ਰਾਮ ਛੱਡ ਕੇ ਨਾ ਗਏ, ਪਿੰਡ ਛੱਡ ਕੇ ਨਾ ਗਏ, ਤੇ ਗੁਰੂ ਸਾਹਿਬ ਜੀ ਕੇ ਬਚਨ ਮੰਨਦਿਆਂ ਹੋਇਆਂ ਆਪਣੇ ਆਪਣੇ ਘਰਾਂ ਦੇ ਵਿੱਚ ਫਿਰ ਸਮਾਨ ਉਸੇ ਤਰ੍ਹਾਂ ਟਿਕਾ ਲਿਆ ਤੇ ਬੇਖੌਫ ਹੋ ਕੇ ਆਪਣੇ ਘਰਾਂ ਵਿੱਚ ਰਹਿਣ ਲੱਗੇ। ਸਭ ਸੰਭਾਲ ਸੰਭਾਲ ਕੇ ਸ੍ਰੀ ਨਾਨਕ ਟਿਕ ਆਣ। ਸਾਰੇ ਆਪਣੇ ਆਪਣੇ ਜਿਹੜੇ ਸਮਾਨ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਸਾਂਭਦਿਆਂ ਹੋਇਆਂ ਤੇ ਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆ ਜਾਂਦੇ ਹਨ। ਰਾਖੀ ਡਰ ਕਰ ਅਗਨ ਤੇ ਉਰ ਸੰਦੇਹ ਕੋ ਮਾਨ। ਪਰ ਹਜੇ ਵੀ ਡਰ ਹੈ, ਕਿਤੇ ਨਾ ਕਿਤੇ ਮਨ ਵਿੱਚ ਖੌਫ ਹੈ ਵੀ ਜਦ ਕਿ 20 ਘਰਾਂ ਨੂੰ ਅੱਗ ਲੱਗ ਗਈ, ਅੱਜ ਕਿਤੇ ਸਮਾਨ ਵੀ ਸੜ ਜਾਣਾ ਸਾਰਾ। ਹਿਰਦਿਆਂ ਵਿੱਚ ਸੰਸਾ ਵੀ ਹੈ, ਡਰ ਵੀ ਹੈ, ਤੇ ਸਾਰੇ ਆਪਣੇ ਮਨਾਂ ਵਿੱਚ ਡਰ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠੇ ਹਨ। ਸਭੇ ਨਾਰ ਨਾਰ ਗੁਰ ਟਿਕ ਬੈਸੇ, ਨਾਮ ਜਪੋ ਐਸੇ ਉਪਦੇਸ਼ੇ। ਸਤਿਗੁਰੂ ਜੀ ਕੋਲ ਜਦੋਂ ਬੈਠੇ ਨੇ ਸਾਰੇ ਤੇ ਮਾਲਕ ਜੀ ਉਹਨਾਂ ਨੂੰ ਕਹਿੰਦੇ ਵੀ ਹਿਰਦਿਆਂ ਨੂੰ ਦੇਵੋ ਧਰਵਾਸ, ਧੀਰਜ। ਧੀਰਜ ਦੇ ਕੇ ਤੇ ਰੱਬ ਜੀ ਦੇ ਚਿੰਤਨ ਵਿੱਚ ਜੁੜੋ, ਚਿੰਤਾ ਦਾ ਤਿਆਗ ਕਰੋ, ਔਰ ਰੱਬ ਜੀ ਕੇ ਨਾਮ ਨੂੰ ਜਪੋ। ਰੱਬ ਜੀ ਕੇ ਨਾਮ ਨੂੰ ਜਪਦਿਆਂ ਹੋਇਆਂ ਉਹਦੀ ਯਾਦ ਵਿੱਚ ਜੁੜਨਾ ਕਰੋ। ਤਾਰ ਅਗਨ ਡਰ ਤਜ ਨਿਜ ਸਦਮਾ, ਹੋ ਨਿਕਟ ਸ੍ਰੀ ਗੁਰਪਦ ਪਦਮਾ। ਉਹ ਸਾਰੇ ਆਪਣੇ ਮਨਾਂ ਵਿੱਚ ਡਰ ਲੈ ਕੇ ਨਾ, ਆਪਣੇ ਮਨਾਂ ਵਿੱਚ ਖੌਫ ਹੋਣ ਕਰਕੇ ਘਰ ਵੀ ਛੱਡ ਕੇ ਆ ਗਏ ਸਾਰੇ, ਵੀ ਅਸੀਂ ਘਰੇ ਨਹੀਂ ਜਾਣਾ ਜਦੋਂ ਤੱਕ ਚੰਗੀ ਤਰ੍ਹਾਂ ਸਾਨੂੰ ਯਕੀਨ ਨਹੀਂ ਹੋ ਜਾਂਦਾ ਵੀ ਹੁਣ ਨਹੀਂ ਘਰਾਂ ਨੂੰ ਅੱਗ ਲੱਗਦੀ। ਉਹ ਸਾਰੇ ਘਰ ਛੱਡ ਕੇ ਆਪਣੇ ਗੁਰੂ ਸਾਹਿਬ ਜਿੱਥੇ ਬੈਠੇ ਉੱਥੇ ਆ ਗਏ। ਚਰਨਾਂ ਕਮਲਾਂ ਦੇ ਪਾਸ ਗੁਰੂ ਸਾਹਿਬ ਜੀ ਕੋਲ ਆ ਕੇ ਸਾਰੇ ਬੈਠੇ ਹਨ। ਡਰੇ ਲੋਕ ਜਾਨੀ ਮਿੱਤਰ ਆਈ, ਪੀਤ ਭਏ ਮੁਖ ਥੂਕ ਸੁਕਾਈ। ਹੁਣ ਪਹਿਲਾਂ ਹੀ ਡਰ ਕਰਕੇ ਨਾ ਆਪਣੇ ਘਰਾਂ ਨੂੰ ਅੱਗ ਲੱਗਦੀ ਤੇ ਡਰ ਕਰਕੇ ਛੱਡ ਕੇ ਚਲੇ ਜਾਂਦੇ ਸਨ। ਕਦੇ ਵੇਖਿਆ ਹੀ ਨਹੀਂ ਸੀ ਵੀ ਅੱਗ ਲੱਗਦੀ ਕਿਉਂ ਹੈ, ਕੀ ਕਾਰਨ ਹੈ, ਕਿਉਂ ਇਸ ਤਰ੍ਹਾਂ ਹੁੰਦਾ। ਤੇ ਇਸ ਵਾਰ ਨਾ ਸਾਹਿਬ ਦੇ ਕਹਿਣ ਉੱਤੇ ਉਹ ਗਏ ਨਾ, ਜਦੋਂ ਨਾ ਗਏ ਨਾ ਆਪਣੀਆਂ ਅੱਖਾਂ ਨਾਲ ਹੁਣ ਵੇਖਿਆ ਵੀ ਅੱਗ ਲੱਗਦੀ ਕਿਉਂ ਹੈ। ਵੇਖਦਿਆਂ ਹੋਇਆਂ ਨਜ਼ਰੀ ਕੀ ਪਿਆ ਵੀ ਕੁਝ ਮਨੁੱਖ ਭੈੜੀ ਬਿਰਤੀ ਦੇ ਮਾਲਕ ਆਉਂਦੇ ਨੇ, ਆਪਣੇ ਹੱਥਾਂ ਦੇ ਵਿੱਚ ਬਲਦੀਆਂ ਹੋਈਆਂ ਅੱਗਾਂ ਲੈ ਕੇ ਤੇ ਆ ਕੇ ਘਰਾਂ ਨੂੰ ਅੱਗਾਂ ਲਾ ਦਿੰਦੇ ਨੇ। ਉਹਨਾਂ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਹੁਣ ਵੀ ਉਹ ਮਨੁੱਖ ਆਏ ਨੇ ਤੇ ਉਸੇ ਤਰ੍ਹਾਂ ਰੌਲਾ ਪਾਉਂਦਿਆਂ ਹੋਇਆਂ, ਸ਼ੋਰ ਮਚਾਉਂਦਿਆਂ ਹੋਇਆਂ ਘਰਾਂ ਨੂੰ ਅੱਗ ਲਾਉਣ ਵਾਸਤੇ ਉਹ ਚੱਲੇ ਆ ਰਹੇ, ਦੌੜੇ ਆ ਰਹੇ। ਜਦੋਂ ਉਹਨਾਂ ਦਾ ਪੈਂਦਾ ਹੋਇਆ ਰੌਲਾ ਤੇ ਸ਼ੋਰ ਨਗਰ ਦੇ ਲੋਕਾਂ ਨੇ ਗੁਰੂ ਸਾਹਿਬ ਕੋਲ ਬੈਠਿਆਂ ਸੁਣਿਆ, ਤੇ ਜਦੋਂ ਸੁਣਦੇ ਨੇ ਨਾ ਸਾਰੇ ਦੇ ਸਾਰੇ ਲੋਕਾਂ ਨੂੰ ਇੱਕ ਡਰ ਬਣ ਗਿਆ, ਹੁਣ ਨਹੀਂ ਕਿਸੇ ਬਚਾਉਣਾ, ਹੁਣ ਮੌਤ ਪੱਕੀ ਹੈ। ਸਾਰੇ ਆਪਣੇ ਹਿਰਦੇ ਵਿੱਚ ਇਹ ਬਾਤ ਜਾਣਗੇ ਵੀ ਨਾ ਕਿਸੇ ਬਚਾਉਣਾ, ਨਾ ਕਿਸੇ ਜਾਨ ਬਖਸ਼ਣੀ ਹੈ, ਸਾਰਿਆਂ ਨੇ ਅੱਗ ਲਾ ਦੇਣੀ, ਸਾਰਿਆਂ ਨੂੰ ਅੱਗ ਲਾ ਦੇਣੀ, ਅਸੀਂ ਸਾਰੇ ਸੜ ਜਾਾਂਗੇ। ਮਤਲਬ ਹੁਣ ਸਾਡੀ ਮੌਤ ਪੱਕੀ ਹੈ, ਜਿਸ ਕਰਕੇ ਉਹਨਾਂ ਸਾਰਿਆਂ ਦੇ ਮੁੱਖ ਡਰ ਕਰਕੇ ਪੀਲੇ ਪੈ ਗਏ, ਜ਼ੁਬਾਨਾਂ ਗਲੇ ਤੱਕ ਸੁੱਕ ਗਏ, ਖੌਫ ਕਰਕੇ ਵੀ ਹੁਣ ਸਾਡੀ ਰਾਖੀ ਕੌਣ ਕਰੇਗਾ। ਸੋ ਕੱਚੇ ਤਨ ਕੰਪਤ ਬਿਨ ਚੈਨਾ, ਦੇਖ ਨਾ ਸਕੇ ਮੁੰਦ ਲੀਏ ਨੈਣਾ। ਔਰ ਉਹ ਸਾਰਿਆਂ ਦੇ ਨਾ ਹਾਲਾਤ ਐਸੇ ਬਣ ਕੇ, ਡਰ ਐਸਾ ਸੀ ਮਨਾਂ ਅੰਦਰ ਵੀ ਡਰ ਕਰਕੇ ਉਹਨਾਂ ਆਪਣੀਆਂ ਅੱਖਾਂ ਵੀ ਸੰਕੋਚ ਲਈਆਂ, ਬੰਦ ਕਰ ਲਈਆਂ, ਵੀ ਅਸੀਂ ਅੱਖਾਂ ਨਾਲ ਵੇਖਣਾ ਹੀ ਨਹੀਂ, ਵੀ ਨਾ ਅੱਖਾਂ ਨਾਲ ਵੇਖਾਂਗੇ ਤੇ ਨਾ ਪਤਾ ਚੱਲੇਗਾ ਵੀ ਕੀ ਹੋਇਆ। ਇੰਨਾ ਡਰ ਆਪਣੇ ਮਨਾਂ ਵਿੱਚ ਉਹਨਾਂ ਰੱਖਿਆ ਹੈ। ਕਹੇ ਪਰਸ ਪਰ ਅਬ ਪਾ ਮਰਨਾ, ਜਾਵੇ ਕਿਹ ਚਰਨਨ ਕੀ ਸ਼ਰਣਾ। ਤੇ ਹੁਣ ਨਾ ਸੋਚਦੇ ਨਾਲੇ ਆਪਸ ਵਿੱਚ ਬਾਤ ਕਰਦੇ ਨੇ, ਤੇ ਆਪਸ ਵਿੱਚ ਬਾਤ ਕਰਦਿਆਂ ਕੀ ਆਖਦੇ ਵੀ ਅਬ ਭਾ ਮਰਨਾ, ਹੁਣ ਤੇ ਪੱਕਾ ਆਪਣੀ ਮੌਤ, ਹੁਣ ਕਿਹਨੇ ਬਚਾਉਣਾ ਆਪਾਂ ਨੂੰ, ਤੇ ਹੁਣ ਕਿਹਦੇ ਚਰਨਾਂ ਵਿੱਚ ਜਾਵਾਂਗੇ, ਕਿਹਦੀ ਸ਼ਰਨ ਫੜਾਂਗੇ, ਕਿਹਦੇ ਕੋਲੋਂ ਜਾ ਕੇ ਮਦਦ ਮੰਗਾਂਗੇ। ਅੱਗੇ ਕਰ ਜਲਨੇ ਕੀ ਚਿੰਤਾ, ਅਬ ਜਾਨੀ ਪਾ ਪ੍ਰਾਨਨ ਅੰਤਾ। ਵੀ ਪਹਿਲਾਂ ਤੇ ਸਿਰਫ ਇੰਨੀ ਚਿੰਤਾ ਹੁੰਦੀ ਸੀ ਵੀ ਘਰ ਸੜ ਜਾਏਗਾ,
ਕੋਈ ਗੱਲ ਨਹੀਂ, ਘਰ ਜਾ ਕੇ ਨਵੇਂ ਬਣਾ ਲਾਂਗੇ। ਪਹਿਲਾਂ ਤਾਂ ਸਿਰਫ ਇੰਨੀ ਕੁ ਚਿੰਤਾ ਸੀ। ਉਦੋਂ ਹੁੰਦਾ ਸੀ ਵੀ ਚਲੋ ਘਰ ਸੜ ਜਾਏਗਾ, ਕੋਈ ਗੱਲ ਨਹੀਂ, ਜਾਨ ਤੇ ਬਚ ਜਾਏਗੀ। ਜੇ ਜਾਨ ਬਚੀ ਹੈ ਤੇ ਘਰ ਦੁਬਾਰਾ ਪਾ ਲਾਂਗੇ। ਉਦੋਂ ਤੇ ਸਿਰਫ ਘਰ ਸੜਨ ਦੀ ਚਿੰਤਾ ਸੀ। ਪਰ ਇਸ ਵਾਰ ਘਰ ਵੀ ਸੜੇਗਾ, ਪ੍ਰਾਣ ਵੀ ਜਾਣਗੇ, ਜ਼ਿੰਦਗੀਆਂ ਵੀ ਜਾਣਗੀਆਂ। ਇਸ ਵਾਰ ਹੁਣ ਕਿਸੇ ਨੇ ਸਾਨੂੰ ਨਹੀਂ ਬਚਾਉਣਾ। ਭਾਗ ਜਾਏ ਥੇ ਹਮ ਇਹ ਕਾਲਾ, ਕਹਿ ਰਾਖੇ ਇਨ ਸੰਤ ਕਿਰਪਾਲਾ। ਤੇ ਨਾਲੇ ਕਹਿੰਦੇ ਵੀ ਹੁਣ ਤੱਕ ਤੇ ਆਪਾਂ ਸਾਰਿਆਂ ਭੱਜਣਾ ਸੀ ਇੱਥੋਂ। ਆਪਾਂ ਤੇ ਸਾਰਿਆਂ ਨੇ ਤਿਆਰੀ ਕੀਤੀ ਸੀ ਨਾ, ਆਪਾਂ ਸਾਮਾਨ ਵੀ ਬੰਨਿਆ ਸੀ, ਨਗਰ ਛੱਡ ਕੇ ਜਾਣ ਦੀ ਤਿਆਰੀ ਵੀ ਪੂਰੀ ਸੀ। ਆਪਾਂ ਤੇ ਹੁਣ ਤੱਕ ਚਲੇ ਜਾਣਾ ਸੀ, ਪਰ ਇਹ ਕਿਰਪਾਲੂ ਸੰਤ ਦੇ ਕਹਿਣ ਕਰਕੇ ਆਪਾਂ ਰੁਕੇ ਹਾਂ। ਇਹਨਾਂ ਨੇ ਰੁਕਿਆ ਤੇ ਆਪਾਂ ਇਹਨਾਂ ਦੇ ਬਚਨ ਮੰਨ ਕੇ ਇੱਥੇ ਰੁਕੇ ਹਾਂ। ਉਹ ਜਾਣੇ ਅਬ ਕੋਵਿਦ ਹੋਵੇ, ਜੀਵਤ ਬਚੇ ਕੇ ਪ੍ਰਾਣਨ ਖੋਵੇ। ਹੁਣ ਕੌਣ ਜਾਣਦਾ ਹੈ ਕਿ ਕੀ ਹੋਏਗਾ, ਜ਼ਿੰਦਗੀਆਂ ਬਚਣਗੀਆਂ ਕਿ ਪ੍ਰਾਣ ਗਵਾਵਾਂਗੇ? ਇਹ ਤੇ ਹੁਣ ਕੋਈ ਵੀ ਸਾਡੇ ਵਿੱਚੋਂ ਨਹੀਂ ਜਾਣਦਾ। ਨਰ ਨਾਰਨ ਕੋ ਦੇਖ ਗੁਰਜੇ ਕੰਪਤ ਪੈ ਪੀਤ। ਸਤਿਗੁਰੂ ਜੀ ਨੇ ਜਦੋਂ ਵੇਖਿਆ ਸਾਰਿਆਂ ਦੇ ਵੱਲ ਆਪਣੀ ਰਹਿਮਤ ਭਰੀ ਦ੍ਰਿਸ਼ਟੀ ਨਾਲ, ਸਾਰੇ ਡਰ ਨਾਲ ਥਰ-ਥਰ ਕੰਬਦੇ, ਜ਼ੁਬਾਨਾਂ ਸੁੱਕੀਆਂ, ਚਿਹਰੇ ਪੀਲੇ ਪਏ ਹੋਏ ਸਾਰਿਆਂ ਦੇ, ਮਾਲਕ ਪਾਤਸ਼ਾਹ ਨੇ ਨਾ ਉਹਨਾਂ ਦੇ ਹਿਰਦਿਆਂ ਦੀਆਂ ਅਵਸਥਾਵਾਂ ਵੀ ਵੇਖੀਆਂ ਵੀ ਇਹਨਾਂ ਦੇ ਹਿਰਦਿਆਂ ਵਿੱਚ ਕੀ ਬਲਬਲੇ ਚੱਲ ਰਹੇ। ਭੈ ਭੀਤ ਹੋਏ, ਸਾਰੇ ਖੌਫ ਨਾਲ ਭਰੇ ਹੋਏ। ਜਦੋਂ ਮਾਲਕ ਜੀ ਨੇ ਸਭਨਾਂ ਨੂੰ ਵੇਖਣਾ ਕੀਤਾ, ਕਰੂਰ ਦ੍ਰਿਸ਼ਟ ਤਿਸ ਦੈਤ ਦੇ ਸਕੀਨੀ ਹਰਨ ਅਨੀਤ। ਉਸ ਵਕਤ ਨਾ ਸਤਿਗੁਰੂ ਜੀ ਨੇ ਉਹਨਾਂ ਦਾ ਡਰ ਖਤਮ ਕਰਨ ਲਈ, ਉਹਨਾਂ ਦਾ ਭੈ ਖਤਮ ਕਰਨ ਲਈ, ਹਿਰਦਿਆਂ ਦੇ ਵਿੱਚੋਂ ਖੌਫ ਕੱਢਣ ਦੇ ਵਾਸਤੇ ਸਤਿਗੁਰੂ ਜੀ ਨੇ ਧੀਰਜ ਦੇਣ ਲਈ ਨਾ ਆਪਣੀਆਂ ਰਸਨਾ ਤੋਂ ਬਚਨ ਬੋਲੇ। ਰਸਨਾ ਤੋਂ ਬੋਲਦਿਆਂ ਉਹਨਾਂ ਸਾਰਿਆਂ ਨੂੰ ਭਰੋਸਾ ਦਿਵਾਇਆ ਵੀ ਚਿੰਤਾ ਨਾ ਕਰੋ, ਹਰ ਤੁਹਾਡੀ ਸੁੱਖ ਦਾ ਦੁੱਖ ਦਾ ਜਿਹੜੀ ਚਿੰਤਾ ਉਹ ਸਾਡੀ ਆ। ਤੁਸੀਂ ਬੇਖੌਫ ਹੋ ਕੇ ਇੱਥੇ ਟਿਕੇ ਰਹੋ, ਕੋਈ ਤੁਹਾਡਾ ਨੁਕਸਾਨ ਨਹੀਂ ਹੋਏਗਾ, ਨਾ ਤੁਹਾਡੀਆਂ ਜਾਨਾਂ ਜਾਣਗੀਆਂ, ਨਾ ਹੀ ਤੁਹਾਡੇ ਨੂੰ ਘਰਾਂ ਨੂੰ ਅੱਗ ਲੱਗੇਗੀ। ਬੇਖੌਫ ਹੋ ਕੇ ਹਿਰਦਿਆਂ ਵਿੱਚ ਧੀਰਜ ਧਰ ਕੇ ਅਕਾਲ ਪੁਰਖ ਜੀ ਉੱਤੇ ਭਰੋਸਾ ਰੱਖੋ। ਤਿਸੀ ਸਮੇਂ ਮੈਂ ਦੈਤ ਬਿਸਾਲਾ, ਬਿਕਲ ਪਰਿਓ ਧਰਨੀ ਮੁਰਸ਼ਾਲਾ। ਔਰ ਜਿੰਨੇ ਵੀ ਉੱਥੇ ਹੁਣ ਸਾਰੇ ਲੋਕ ਸਨ, ਉਹਨਾਂ ਨੇ ਤੇ ਹਿਰਦਿਆਂ ਵਿੱਚ ਧੀਰਜ ਧਰ ਲਿਆ ਗੁਰੂ ਸਾਹਿਬ ਤੇ ਭਰੋਸਾ ਕਰਕੇ ਵੀ। ਜੇ ਸੰਤ ਰੂਪ ਆਪ ਕਿਰਪਾਲੂ ਜੀ ਕਹਿ ਰਹੇ ਨਾ, ਤੇ ਫਿਰ ਚਿੰਤਾ ਵੀ ਇਹਨਾਂ ਦੀ ਹੈ। ਤੇ ਮਾਲਕ ਪਾਤਸ਼ਾਹ ਜੀ ਨੇ ਨਾ, ਹੁਣ ਉਹ ਸਾਰੇ ਸਨ ਭੈੜੀਆਂ ਬਿਰਤੀਆਂ ਦੇ ਮਾਲਕ, ਜਿਹੜੇ ਅੱਗ ਲਾ ਕੇ ਚਲੇ ਜਾਂਦੇ ਵੀ ਅਸੀਂ ਜੇ ਇਹ ਲੋਕ ਰਹਿੰਦੇ ਤੇ ਅਸੀਂ ਇਹਨਾਂ ਨੂੰ ਰਹਿਣ ਨਹੀਂ ਦੇਣਾ, ਇਹਨਾਂ ਦੇ ਨਗਰਾਂ ਨੂੰ ਅਸੀਂ ਉਜਾੜ ਦੇਣਾ, ਇਹਨਾਂ ਦੇ ਘਰਾਂ ਨੂੰ ਅੱਗ ਲਾ ਦੇਣੀ। ਉਹ ਜਿਹੜੀ ਭੈੜੀ ਬਿਰਤੀ ਸੀ ਨਾ, ਸਤਿਗੁਰੂ ਜੀ ਨੇ ਉਹਨਾਂ ਸਾਰਿਆਂ ਦੀ ਭੈੜੀ ਜਿਹੜੀ ਬਿਰਤੀ ਸੀ, ਮੱਤ ਸੀ, ਉਹਨੂੰ ਖਤਮ ਕੀਤਾ। ਜਦੋਂ ਭੈੜੀ ਮੱਤ ਸਾਰਿਆਂ ਦੀ ਚੰਗੇ ਉਪਦੇਸ਼ ਸਦਕਾ, ਚੰਗੇ ਗਿਆਨ ਸਦਕਾ, ਮਾਲਕ ਪਾਤਸ਼ਾਹ ਨੇ ਉਹਨਾਂ ਦੇ ਹਿਰਦਿਆਂ ਵਿਚਲੀ ਈਰਖਾ, ਉਹਨਾਂ ਦੇ ਹਿਰਦਿਆਂ ਵਿਚਲੀ ਦਵੈਤ, ਉਹ ਸਾਰਾ ਕੁਝ ਜਦੋਂ ਗੁਰੂ ਸਾਹਿਬ ਨੇ ਉਪਦੇਸ਼ ਦੇ ਕੇ ਤੇ ਉਹਨਾਂ ਦੇ ਜੀਵਨ ਵਿੱਚੋਂ ਵੀ ਖਤਮ ਕੀਤਾ। ਉਹ ਸਾਰੇ ਦੇ ਸਾਰੇ ਮਨੁੱਖ ਮਾਨੋ ਵੀ ਲੈ ਕੇ ਤੇ ਅੱਗ ਲਾਉਣੀ ਆਏ ਸਨ ਸਾਰੇ, ਵੀ ਅਸੀਂ ਕਿਸੇ ਦਾ ਘਰ ਨਹੀਂ ਛੱਡਣਾ, ਕਿਸੇ ਨੂੰ ਜਿਉਂਦਿਆਂ ਨਹੀਂ ਛੱਡਣਾ, ਸਾਰਿਆਂ ਨੂੰ ਅੱਗ ਲਾ ਦੇਣੀ। ਉਹ ਸਾਰਿਆਂ ਨੇ ਆਪਣੇ ਹੱਥਾਂ ਵਿੱਚ ਫੜੀਆਂ ਹੋਈਆਂ ਮਸ਼ਾਲਾਂ ਜਿਹੜੀਆਂ ਸਨ, ਉਹਨਾਂ ਸਾਰਿਆਂ ਨੂੰ ਬੁਝਾ ਦਿੱਤਾ। ਹੋਤ ਪ੍ਰਾਤਨ ਤਰਜੋਂ ਕੋ ਪਵਨ ਬੇਗਸੋ ਉਖਰਤ ਸੋ। ਉਹ ਸਾਰੇ ਦੇ ਸਾਰੇ ਮਾਨੋ ਇਦਾਂ ਸੀ ਵੀ ਹੈ ਤੇ ਉਹ ਸਾਰੇ ਵੱਡੇ ਵੱਡੇ ਰੁੱਖਾਂ ਵਾਂਗ ਸਨ। ਉਹਨਾਂ ਦੇ ਭਰੋਸੇ ਜਾਂ ਉਹਨਾਂ ਦੇ ਹਿਰਦਿਆਂ ਵਿਚਲਾ ਜਿਹੜਾ ਸਾਰੀ ਭੈੜੀ ਬੁੱਧੀ ਸੀ ਨਾ, ਬਹੁਤ ਜ਼ਿਆਦਾ ਪਸਰੀ ਹੋਈ ਸੀ। ਪਰ ਜਦੋਂ ਗਿਆਨ ਦਾ ਤੂਫਾਨ ਗੁਰੂ ਸਾਹਿਬ ਜੀ ਨੇ ਚਲਾਇਆ, ਆਪਣੇ ਪਾਵਨ ਬੋਲ ਜਦੋਂ ਉਪਦੇਸ਼ ਰੂਪ ਵਜੋਂ ਉਹਨਾਂ ਨੂੰ ਦਿੱਤੇ ਨਾ, ਤੇ ਹੋਤ ਪੁਰਾਤਨ ਤਰ ਜਿਉਂ ਕਹੂ, ਜਿਵੇਂ ਇੱਕ ਪੁਰਾਣਾ ਰੁੱਖ ਹੁੰਦਾ ਨਾ, ਤੇ ਉਹ ਬਹੁਤ ਪਸਰਿਆ ਹੁੰਦਾ, ਜਿੰਨਾ ਰੁੱਖ ਪੁਰਾਣਾ ਉਨਾ ਹੀ ਉਹਨੂੰ ਪੁੱਟਣਾ ਔਖਾ। ਪਰ ਸਾਹਿਬ ਜੀ ਨੇ ਆਪਣੇ ਗਿਆਨ ਦੇ ਤੂਫਾਨ ਸਦਕਾ, ਉਪਦੇਸ਼ ਸਦਕਾ, ਉਹਨਾਂ ਸਾਰਿਆਂ ਦੇ ਜੀਵਨ ਵਿੱਚੋਂ ਭੈੜੀ ਬੁੱਧੀ ਦਾ ਨਾਸ਼ ਕਰ ਦਿੱਤਾ। ਕਸ ਬਿਦ ਗਿਰਿਓ ਭਿਆਨਕ ਪਾਰੀ, ਜਿਹ ਤਨ ਸਰਬ ਚੇਸ਼ਟਾ ਹਾਰੀ। ਉਹ ਸਾਰੇ ਦੇ ਸਾਰੇ ਜਿਹੜੇ ਨਾ ਬੜੇ ਮਤਲਬ ਸੀ ਤੇ ਭਿਆਨਕ, ਸਾਰੇ ਬੜੇ ਖੌਫ ਵਾਲੇ, ਮਤਲਬ ਡਰ ਪੈਦਾ ਕਰਨ ਵਾਲੇ ਸਨ ਸਾਰੇ। ਉਹਨਾਂ ਸਾਰਿਆਂ ਦੇ ਜੋ ਮਨ ਵਿੱਚ ਭੈੜੀਆਂ ਬੁੱਧੀਆਂ ਸਨ, ਉਹਨਾਂ ਨੂੰ ਸਤਿਗੁਰੂ ਜੀ ਨੇ ਖਤਮ ਕੀਤਾ। ਔਰ ਸਾਰਿਆਂ ਦੇ ਸਾਰਿਆਂ ਨੇ ਆਪਣੇ ਹੱਥ ਵਿਚਲੀਆਂ ਜੋ ਅਗਨੀਆਂ ਸਨ, ਉਹਨਾਂ ਨੂੰ ਬੁਝਾ ਦਿੱਤਾ। ਔਰ ਇੱਥੋਂ ਤੱਕ ਕਿ ਉਹ ਆਪਣੀ ਭੈੜੀ ਬੁੱਧੀ ਤੇ ਵਿਸਾਰ ਹੀ ਚੁੱਕੇ ਸਨ। ਪਰ ਗੁਰੂ ਸਾਹਿਬ ਜੀ ਕੇ ਉਪਦੇਸ਼ ਔਰ ਗੁਰੂ ਸਾਹਿਬ ਜੀ ਕੇ ਗਿਆਨ ਸਦਕਾ, ਗੁਰੂ ਜੀ ਕੇ ਦਿਦਾਰਾਂ ਸਦਕਾ, ਜਿੱਥੇ ਚੰਗੀ ਮੱਤ ਆਈ ਉੱਥੇ ਤਨ ਦੀ ਵੀ ਸੋਝੀ ਨਾ ਰਹੀ। ਜਿਹਨੂੰ ਭਾਈ ਗੁਰਦਾਸ ਜੀ ਆਪਣੀਆਂ ਰਚਨਾਵਾਂ 'ਚ ਕਹਿੰਦੇ ਨਾ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮੱਤ ਮੈਂ ਨਾ ਮੱਤ ਹੈ। ਗੁਰੂ ਕੇ ਦਿਦਾਰਾਂ ਸਦਕਾ ਜਿਹੜੀ ਭੈੜੀ ਮੱਤ ਤੇ ਬੁੱਧੀ ਸੀ, ਉਹ ਸਾਰੀ ਦੀ ਸਾਰੀ ਜਾਂਦੀ ਰਹੀ। ਜਹ ਚਰਨਾਰ ਬਿੰਦ ਜਗ ਗੁਰ ਕੋ, ਗਿਰਤ ਸਮੇਤ ਗੇਰਿਓ ਸਿਰ ਕੋ। ਜਿੱਥੇ ਗੁਰੂ ਸਾਹਿਬ ਜੀ ਮੁਕਤੀ ਦੇ ਦਾਤੇ, ਜਗਤ ਦੇ ਗੁਰੂ ਸੁਭਾਈਮਾਨ ਨੇ ਬੈਠੇ ਹੋਏ ਨੇ, ਉਹ ਸਾਰੇ ਦੇ ਸਾਰੇ ਗੁਰੂ ਸਾਹਿਬ ਜੀ ਦੇ ਅੱਗੇ ਆ ਕੇ ਆਪਣਾ ਸਿਰ ਨਿਵਾਉਂਦੇ ਹਨ। ਕਰੁਣਾ ਨਿਧ ਪੇਖ ਕਰੁਣਾ ਆਈ, ਅੰਤ ਦੀਨਤਾ ਜਾਹੇ ਜਨਾਈ। ਤੇ ਸਤਿਗੁਰੂ ਜੀ ਨੇ ਸਭਨਾਂ ਦੇ ਉੱਤੇ ਫਿਰ ਦੀਨਤਾ ਵਿਖਾਈ, ਆਪਣੀ ਕਿਰਪਾ ਵਿਖਾਈ, ਤੇ ਰਹਿਮਤ ਕਿਰਪਾ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਜਦੋਂ ਆਪਣੇ ਦਇਆ ਵਾਲੇ ਸੁਭਾਅ ਨੂੰ ਸਤਿਗੁਰੂ ਜੀ ਪ੍ਰਤਪਾਲਦੇ ਹਨ। ਸੀਸ ਸੁਹਾਇਓ ਦੇਹ ਪਦ ਪਦਮੰ, ਜੋ ਸਭ ਸਿਖਿਅਣ ਕੋ ਸੁਖ ਸਦਮਨ। ਔਰ ਉਹ ਸਾਰੇ ਦੇ ਸਾਰੇ ਨਾ ਜਦੋਂ ਮਾਲਕ ਜੀ ਦੇ ਚਰਨਾਂ ਤੇ ਸੀਸ ਨਵਾਉਂਦੇ ਨੇ, ਗੁਰੂ ਸਾਹਿਬ ਨੇ ਸਾਰਿਆਂ ਨੂੰ ਰਹਿਮਤ ਭਰੀ ਨਿਗਾਹ ਨਾਲ ਵੇਖਿਆ, ਤੇ ਮਾਲਕ ਪਾਤਸ਼ਾਹ ਜੀ ਨੇ ਸਭਨਾਂ ਦੀ ਝੋਲੀ ਵਿੱਚ ਆਪਣੀ ਸਿੱਖਿਆ, ਆਪਣਾ ਉਪਦੇਸ਼ ਪਾਉਣਾ ਕੀਤਾ। ਸ਼ੋਭਤ ਚਰਨ ਮੁਰਸ਼ਾ ਛੁਟੀ ਪਿਓ ਸਰੀਰ ਸਚੇਤ। ਸਾਰਿਆਂ ਨੇ ਮਾਨੋ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਤੋਂ ਗਿਆਨ ਦੀ ਦਾਤ ਲਈ, ਉਪਦੇਸ਼ ਲਿਆ, ਸਤਿਗੁਰੂ ਜੀ ਕੋਲੋਂ ਸੋਝੀ ਲਈ, ਗਿਆਨ ਸਭ ਮਤਲਬ ਚੰਗੇ ਗੁਣ ਮਿਲ ਗਏ, ਭੈੜੇ ਔਗਣਾਂ ਤੋਂ ਛੁਟਕਾਰਾ ਹੋ ਗਿਆ। ਸਤਿਗੁਰੂ ਜੀ ਨੇ ਰਹਿਮਤ ਕਰਕੇ ਮਾਨੋ ਸਾਰੇ ਸੰਸਾਰਿਕ ਬੰਧਨਾਂ ਤੋਂ ਆਜ਼ਾਦੀ ਦੇ ਦਿੱਤੀ। ਸ਼ਸਤਰ ਹਣੇ ਸੰਜੀਵਨੀ ਜਿਉਂ ਲਗਾਏ ਤੇ ਦੇਤ। ਔਰ ਜਿਹੜੇ ਉਹਨਾਂ ਦੇ ਕੋਲ ਸ਼ਸਤਰ ਸਨ, ਉਹ ਸਾਰੇ ਦੇ ਸਾਰੇ ਸ਼ਸਤਰ ਵੀ ਉਹਨਾਂ ਨੇ ਗੁਰੂ ਸਾਹਿਬ ਜੀ ਅੱਗੇ ਹੀ ਰੱਖ ਦਿੱਤੇ। ਤੇਜ ਪ੍ਰਭਾਵ ਹੀਰ ਗੁਰ ਕੇਰੋ, ਨਿਮਰ ਪਿਓ ਮਨ ਦੀਨ ਕਨੇਰੋ। ਆਏ ਤੇ ਉਹ ਸਾਰੇ ਇਹੀ ਬਿਰਤੀ ਮਤ ਲੈ ਕੇ ਸਨ ਵੀ ਅਸੀਂ ਮਾਰ ਦੇਣਾ ਹੈ, ਨਗਰ ਵਿੱਚ ਕਿਸੇ ਨੂੰ ਵੀ ਰਹਿਣ ਨਹੀਂ ਦੇਣਾ। ਪਰ ਉਹਨਾਂ ਦੀ ਜਿਹੜੀ ਬਿਰਤੀ ਸੀ, ਜਦੋਂ ਗੁਰੂ ਸਾਹਿਬ ਜੀ ਦੇ ਤੇਜ ਪ੍ਰਤਾਪ ਨੂੰ ਵੇਖਿਆ, ਮਾਲਕ ਜੀ ਦੇ ਤੇਜ ਪ੍ਰਭਾਵ ਨੂੰ ਵੇਖਿਆ, ਤੇ ਉਹ ਸਾਰੇ ਮਨਾ ਕਰਕੇ ਨਿਮਰ ਹੋ ਗਏ। ਬੋਲਿਓ ਬਚਨ ਸਿਮਹੋ ਅਪਰਾਧੂ, ਪਰਮੇਸ਼ਰ ਤੁਮ ਵੇਖਸੋ ਸਾਧੂ। ਤੇ ਸਾਰੇ ਇਹ ਆਖਦੇ ਬੋਲਦਿਆਂ ਹੋਇਆਂ ਵੀ ਕਿਰਪਾ ਕਰੋ ਮਾਲਕ ਜੀਓ, ਰਹਿਮਤ ਕਰਕੇ ਅਸੀਂ ਜਿਹੜਾ ਅਪਰਾਧ ਇੰਨੇ ਲੰਮੇ ਅਰਸੇ ਤੋਂ ਕਰਦੇ ਆ ਰਹੇ ਹਾਂ, ਆਪ ਜੀ ਇਸ ਅਪਰਾਧ ਨੂੰ ਬਖਸ਼ ਦਿਓ। ਔਰ ਅਸੀਂ ਆਪ ਜੀ ਨੂੰ ਪਰਮੇਸ਼ਵਰ ਰੂਪ, ਸਾਧੂ ਰੂਪ ਜਾਣਿਆ ਹੈ, ਤੇ ਆਪ ਜੀ ਸਾਡੇ ਉੱਤੇ ਵੀ ਕਿਰਪਾ ਦ੍ਰਿਸ਼ਟੀ ਕਰੋ। ਉਹ ਅਣਜਾਣ ਨਾ ਮਹਿਮਾ ਜਾਣੀ, ਤੁਮਹੋ ਮਹਾਪੁਰਖ ਗੁਣ ਖਾਨੀ। ਅਸੀਂ ਅਣਜਾਣ ਹਾਂ, ਤੁਹਾਡੀ ਮਹਿਮਾ ਨਹੀਂ ਜਾਣ ਸਕੇ, ਔਰ ਹੇ ਗੁਣਾਂ ਦੀ ਖਾਨ, ਤੁਸੀਂ ਤੇ ਬਹੁਤ ਵੱਡੇ ਭਲੇ ਪੁਰਸ਼ ਹੋ। ਇਹਨਾਂ ਲੋਕਾਂ ਤੇ ਆਨ ਮਨਾਓ, ਜਾਂ ਤੇ ਇਨਕੇ ਧਾਮ ਚਲਾਓ। ਵੀ ਸਾਡਾ ਤੇ ਮਕਸਦ ਇਹ ਹੁੰਦਾ ਸੀ ਵੀ ਅਸੀਂ ਇਹਨਾਂ ਲੋਕਾਂ ਨੂੰ ਆਪਣੀ ਈਨ ਬਣਾਉਣੀ ਹੈ, ਆਪਣੀ ਅਧੀਨ ਕਰਨਾ। ਤੇ ਜੇ ਇਹ ਸਾਡੀ ਆਨ ਮੰਨ ਜਾਂਦੇ ਸੀ, ਤੇ ਫਿਰ ਅਸੀਂ ਇਹਨਾਂ ਉੱਤੇ ਆਪਣਾ ਰੋਹ, ਆਪਣਾ ਅਸੀਂ ਜਿਹੜਾ
ਹੁਕਮ ਚਲਾਉਂਦੇ ਸਾਂ, ਜੇ ਨਹੀਂ ਤੇ ਫਿਰ ਅਸੀਂ ਇਹਨਾਂ ਦੇ ਘਰਾਂ ਤੱਕ ਨੂੰ ਵੀ ਅੱਗ ਲਾ ਕੇ ਚਲੇ ਜਾਂਦੇ ਸਾਂ। अब तुमरे पद पद्म सुहाए इनके भाग जगे जब आए। ਪਰ ਆਪ ਜੀ ਨੇ ਕਿਰਪਾ ਕੀਤੀ ਵੀ ਆਪ ਜੀ ਨੇ ਆਪਣੇ ਪਾਵਨ ਚਰਨ ਕਮਲ ਇਸ ਨਗਰ ਵਿੱਚ ਪਾਏ, ਜਿਸ ਕਰਕੇ ਇਹਨਾਂ ਦੇ ਵੀ ਭਾਗ ਜਾਗੇ ਤੇ ਸਾਡੇ ਵੀ ਭਾਗ ਜਾਗੇ। ਸਾਡੀ ਭੈੜੀ ਮੱਤ ਦਾ ਨਾਸ਼ ਹੋ ਗਿਆ, ਚੰਗੇ ਗੁਣਾਂ ਦੀ ਦਾਤ ਆਪ ਜੀ ਨੇ ਬਖਸ਼ੀ, ਤੇ ਆਪ ਜੀ ਨੇ ਜਿੱਥੇ ਸਾਨੂੰ ਚੰਗੇ ਗੁਣਾਂ ਦੀ ਦਾਤ ਬਖਸ਼ੀ ਉੱਥੇ ਇਹਨਾਂ ਦੇ ਵੀ ਭਾਗ ਜਾਗੇ, ਇਹਨਾਂ ਦੇ ਵੀ ਘਰ ਔਰ ਜੀਵਨ ਜਿਹੜਾ ਉਹ ਬਚ ਗਿਆ। करहो सबन को अब कल्याणा उपकारी तुम कृपा निदाना। ਹੁਣ ਆਪ ਜੀ ਨਾਲ ਰਹਿਮਤ ਕਰੋ, ਸਾਡਾ ਸਾਰਿਆਂ ਦਾ ਕਲਿਆਣ ਕਰੋ। ਤੁਸੀਂ ਉਪਕਾਰੀ ਹੋ, ਚੰਗੀ ਮਤ ਬਖਸ਼ਣ ਵਾਲੇ ਹੋ ਔਰ ਦਇਆ ਦੇ ਘਰ ਹੋ, ਤੇ ਆਪ ਦੀ ਉਪਕਾਰ ਕਰਦਿਆਂ ਹੋਇਆਂ ਹੇ ਕਿਰਪਾ ਦੇ ਖਜ਼ਾਨੇ ਸਾਨੂੰ ਸਭਨਾਂ ਨੂੰ ਬਖਸ਼ ਦੇਵੋ। मैं तुम दासन दास हो जय बिद देह रजाए। ਅਸੀਂ ਤੇ ਆਪ ਜੀ ਦੇ ਸੇਵਕਾਂ ਦੇ ਸੇਵਕ ਹਾਂ, ਜਿਵੇਂ ਆਪ ਜੀ ਰਜ਼ਾ ਦਿਓਗੇ, ਜਿਵੇਂ ਆਪ ਜੀ ਹੁਕਮ ਕਰੋਗੇ, ਅਸੀਂ ਆਪ ਜੀ ਦੇ ਹੁਕਮ ਅਨੁਸਾਰੀ ਹਾਂ। सो करे हो निश्चय सदा जाते कष्ट मिटाए। ਇਸ ਲਈ ਅਸੀਂ ਆਪ ਜੀ ਦੇ ਉੱਤੇ ਨਿਤਾਪਤੀ ਨਿਸ਼ਚਾ ਰੱਖਦੇ ਹਾਂ, ਨਿਸ਼ਚਾ ਕਰਦੇ ਹਾਂ, ਕਿਉਂਕਿ ਆਪ ਜੀ ਨੇ ਕਿਰਪਾ ਕਰਕੇ ਸਾਡਾ ਕਸ਼ਟ ਤੇ ਦੁੱਖ ਕਟਿਆ श्री ਹੈ। नानक जी सुन असबानी शरदा बहुत प्रीत मैं सानी। ਸਤਿਗੁਰੂ ਜੀ ਨੇ ਜਦੋਂ ਉਹਦੀ ਸ਼ਰਧਾ ਭਰੀ ਹੋਈ ਬਾਣੀ ਨੂੰ, ਉਹਨਾਂ ਦੀ ਸ਼ਰਧਾ ਭਰੀ ਹੋਈ ਬਾਣੀ, ਪ੍ਰੇਮ ਭਰੀ ਹੋਈ ਬਾਣੀ, ਨਿਮਰਤਾ ਸਹਿਤ ਉਹਨਾਂ ਦੀ ਬੋਲੀ ਨੂੰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਸੁਣਦੇ ਹਨ, बोले बचन दीन के दयाला ग्राम बिखे रचिए धर्मशाला। ਤੇ ਉਹ ਨਗਰ ਦੇ ਲੋਕਾਂ ਨੂੰ ਵੀ ਸਤਿਗੁਰੂ ਜੀ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਹੋਇਆ ਮਾਲਕ ਨੇ ਕਿਹਾ ਵੀ ਹੁਣ ਨਗਰ ਦੇ ਵਿੱਚ ਆਪ ਜੀ ਇੱਕ ਧਰਮਸ਼ਾਲਾ ਜਿਹੜੀ ਉਹ ਰਚੋ, ਧਰਮਸ਼ਾਲਾ ਦੀ ਰਚਨਾ ਕਰਕੇ करो कीर्तन मिलते माही सत नाम उचरो अग जाही। ਔਰ ਉਹ ਧਰਮਸ਼ਾਲਾ ਵਿੱਚ ਇਕੱਠਿਆਂ ਹੋ ਕੇ ਦੋਨੋਂ ਵਕਤ ਰੱਬ ਜੀ ਦਾ ਚਿੰਤਨ, ਰੱਬ ਜੀ ਦਾ ਕੀਰਤਨ, ਉਹਦੀ ਵਡਿਆਈ ਕਰੋ, ਔਰ ਉਹਦੀ ਵਡਿਆਈ ਕਰਦਿਆਂ ਹੋਇਆਂ ਦੋਨੋਂ ਵਕਤ ਕਰੋ ਕੀਰਤਨ, ਮਿਲਤੇ ਹੈ ਮਾਹੀ, ਉਸ ਧਰਮ ਅਸਥਾਨ ਦੇ ਵਿੱਚ ਮਿਲ ਕੇ ਕੀਰਤਨ ਕਰੋ, ਔਰ ਅਕਾਲ ਪੁਰਖ ਜੀ ਦਾ ਚਿੰਤਨ ਕਰੋ, ਜਿਹਦੇ ਸਦਕਾ ਕੀਤੇ ਕਰਮਾਂ ਤੋਂ ਛੁਟਕਾਰਾ ਹੁੰਦਾ ਹੈ। पर जल आनो तह निज सीसा भगत करे जय नर जगदीशा। ਔਰ ਉਹ ਸਾਰੇ ਦੇ ਸਾਰੇ ਜਿਹੜੇ ਨਾ ਸਤਿਗੁਰੂ ਜੀ ਨੇ ਜਦੋਂ ਉਪਦੇਸ਼ ਦਿੱਤਾ ਤੇ ਉਹਨਾਂ ਸਭਨਾਂ ਨੂੰ ਨਾਲ ਉਪਦੇਸ਼ ਦਿੰਦੇ ਆ ਵੀ ਜਿੱਥੇ ਦੋਨੋਂ ਵਕਤ ਸੰਗਤ ਵਿੱਚ ਜੁੜਨਾ, ਧਰਮਸ਼ਾਲਾ ਵਿੱਚ ਜੁੜਨਾ, ਰੱਬ ਜੀ ਕੀ ਕੀਰਤੀ ਕਰਨੀ, ਉੱਥੇ ਇਸ਼ਨਾਨ ਤੋਂ ਕਦੇ ਇਨਕਾਰੀ ਨਹੀਂ। ਮਤਲਬ ਇਸ਼ਨਾਨ ਪਾਨ ਕਰਦਿਆਂ ਹੋਇਆਂ ਆਪਣੀ ਨੇਮ ਨੂੰ ਸੰਭਾਲਣਾ ਕਰੋ, ਜਦੋਂ ਇਸ ਪ੍ਰਕਾਰ ਰੀਤ ਆਪਣੇ ਜੀਵਨ ਵਿੱਚ ਅਪਣਾਓਗੇ। सेवा करत विमल मन होवे जन्म जन्म के किलबिख होवे। ਜਿੱਥੇ ਆਪ ਜੀ ਨੇ ਆਪਣੇ ਵਾਸਤੇ ਇਹ ਸਾਰਾ ਪ੍ਰਬੰਧ ਕਰਨਾ, ਉੱਥੇ ਜੇ ਕੋਈ ਚੱਲ ਕੇ ਆ ਜਾਏ ਤੇ ਉਹਦੀ ਸੇਵਾ ਤੋਂ ਕਦੇ ਮੁਨਕਰ ਨਹੀਂ ਹੋਣਾ, ਲੋੜਵੰਦ ਆ ਜਾਏ ਉਹਦੀ ਸੇਵਾ ਤੋਂ ਮੁਨਕਰ ਨਹੀਂ ਹੋਣਾ, ਰੱਬੀ ਪਿਆਰਾ ਆ ਜਾਏ ਉਹਦੀ ਸੇਵਾ ਤੋਂ ਵੀ ਮੁਨਕਰ ਨਹੀਂ ਹੋਣਾ। ਸੇਵਾ ਵਿੱਚ ਵੀ ਜੁੜੋ, ਔਰ ਸੇਵਾ ਕਰਨ ਦੇ ਨਾਲ ਕੀ ਹੋਏਗਾ, ਕਹਿੰਦੇ ਮਨ ਬਿਮਲ ਹੁੰਦਾ ਹੈ, ਮੈਲ ਤੋਂ ਰਹਿਤ ਹੁੰਦਾ ਹੈ, ਮਨ ਸਾਫ਼ ਹੋ ਜਾਂਦਾ ਹੈ, ਔਰ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਿਲਵਿਖ ਖਤਮ ਹੋ ਜਾਂਦੇ। ਮਤਲਬ ਜਦੋਂ ਅਸੀਂ ਸੇਵਾ ਜਿਸ ਤਰ੍ਹਾਂ ਦਾ ਕਰਮ ਅਸੀਂ ਕਰਦੇ ਹਾਂ ਨਾ, ਹੋ ਸਕਦਾ ਵੀ ਪਹਿਲਾਂ ਸਾਨੂੰ ਇਉਂ ਮਹਿਸੂਸ ਹੋਵੇ ਵੀ ਮੈਂ ਕੇਵਲ ਵੱਧਾ ਚੱਟੀ ਕਰ ਰਿਹਾ, ਹੌਲੀ ਹੌਲੀ ਉਹ ਕਰਮ ਕਰਦਿਆਂ ਸਾਡੇ ਖਿਆਲਾਤ ਵੀ ਉਦਾਂ ਦੇ ਬਣਦੇ ਜਾਂਦੇ, ਤੇ ਜਿੱਦਾਂ ਦੇ ਖਿਆਲਾਤ ਬਣਦੇ ਜਾਂਦੇ ਉਦਾਂ ਦੇ ਅਸੀਂ ਕਰਮਾਂ ਦੇ ਧਾਰਨੀ ਬਣ ਜਾਂਦੇ ਹਾਂ। ਜਦੋਂ ਚੰਗੇ ਕਰਮ ਕਰਾਂਗੇ ਖਿਆਲਾਤ ਵੀ ਚੰਗੇ ਬਣਨਗੇ, ਜਦੋਂ ਖਿਆਲਾਤ ਚੰਗੇ ਬਣਨਗੇ ਤੇ ਜੀਵਨ ਵਿੱਚ ਕੀਤੇ ਜਾਣ ਵਾਲੇ ਸਾਰੇ ਕਰਮ ਚੰਗੇ ਹੋਣਗੇ। ਜਦੋਂ ਅਸੀਂ ਚੰਗੇ ਕਰਮ ਕਮਾਉਣ ਲੱਗ ਜਾਾਂਗੇ, ਮਾੜਿਆਂ ਤੋਂ ਛੁਟਕਾਰਾ ਹੋ ਜਾਏਗਾ ਤੇ ਪਾਪਾਂ ਤੋਂ ਛੁਟਕਾਰਾ ਹੋ ਜਾਏਗਾ। ਜੋ ਲੇਖ ਲਿਖੇ ਸਨ ਜਾਂ ਲਿਖੇ ਨੇ, ਨਤੀਜਾ ਤੇ ਉਹਨਾਂ ਦਾ ਵੀ ਭੋਗਣਾ ਪੈਣਾ, ਜਾਂ ਜੋ ਲਿਖਾਂਗੇ ਨਤੀਜਾ ਉਹਨਾਂ ਦਾ ਵੀ ਭੋਗਣਾ ਪੈਣਾ। ਜੇ ਚੰਗੇ ਕਰਮ ਕਰਦਿਆਂ ਹੋਇਆਂ ਅਸੀਂ ਚੰਗੇ ਕਰਮਾਂ ਦਾ ਨੂੰ ਕਮਾਉਂਦੇ ਹਾਂ, ਲੇਖ ਚੰਗੇ ਬਣਾ ਲਾਂਗੇ ਤੇ ਪਿਛਲੇ ਕੀਤੇ ਹੋਏ ਕਰਮਾਂ ਤੋਂ ਗੁਰੂ ਆਪ ਛੁਡਾ ਲੈਂਦੇ ਨੇ, ਜਿਹਨੂੰ ਮਾਲਕ ਦੀ ਬਾਣੀ ਵਿੱਚ ਆਖਦੇ ਪਿਛਲੇ ਔਗਣ ਬਖਸ਼ ਲਈ ਪ੍ਰਭ ਆਗੇ ਮਾਰਗ ਪਾਵੇ। ਜਾਂ ਸਤਿਗੁਰੂ ਜੀ ਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਜ਼ਿਕਰ ਕਰਦੇ ਆਖਦੇ ਸੁਤ ਅਪਰਾਧ ਕਰਤ ਹੈ ਜੀਤੇ ਜੰਨੀ ਚੀਤ ਨਾ ਰਾਖਸ ਤੀਤੇ ਰਾਮ ਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਇਸੇ ਪਾਵਨ ਸ਼ਬਦ ਵਿੱਚ ਜ਼ਿਕਰ ਕਰਦੇ ਆਖਦੇ ਜੇ ਅਤ ਕਰੋਪ ਕਰੇ ਕਰਤਾ ਹੈ ਤਾਂ ਵੀ ਚੀਤ ਨਾ ਰੱਖ ਸਮਾਇਆ। ਮਤਲਬ ਇਹ ਹੈ ਵੀ ਅਕਾਲ ਪੁਰਖ ਜੀ ਦਾ, ਗੁਰੂ ਜੀ ਦਾ ਜਿਹੜਾ ਉਪਦੇਸ਼ ਹੈ ਜਾਂ ਸੁਭਾਵ ਹੈ, ਉਹ ਸੁਭਾਵ ਇਹੋ ਹੈ ਕਿ ਜੇ ਕੋਈ ਔਗਣ ਕਰਦਾ ਹੋਇਆ ਪਤਿਤ ਜੀਵ ਗੁਰੂ ਅੱਗੇ ਆ ਕੇ ਆਪਣਾ ਆਪਾ ਸਮਰਪਿਤ ਕਰ ਦਿੰਦਾ ਤੇ ਉਹ ਪਤਿਤਾਂ ਤੋਂ ਪਾਵਨ ਵੀ ਕਰ ਦਿੰਦੇ। ਇਹ ਸੁਭਾਵ ਹੈ ਉਸ ਪ੍ਰਭੂ ਜੀ ਦਾ, ਉਸ ਮਾਲਕ ਦਾ। ਪਰ ਤਾਂ ਜੇ ਅਸੀਂ ਆਪਣੇ ਕਰਮਾਂ ਨੂੰ ਤਬਦੀਲ ਕਰਦਿਆਂ ਹੋਇਆਂ ਚੰਗੇ ਕਰਮ ਕਮਾਈਏ ਤੇ ਮਾੜਿਆਂ ਨੂੰ ਅਸੀਂ ਤਿਆਗ ਦਈਏ। सत नाम जप होए अधिकारी अंत समय गत पाए सुखारी। ਔਰ ਅਕਾਲ ਪੁਰਖ ਜੀ ਦਾ ਨਾਮ ਜਿਹੜਾ ਉਹਨੂੰ ਜਪੋ, ਉਹਨੂੰ ਆਰਾਧੋ। ਜਦੋਂ ਸਤ ਨਾਮ ਜਪਦਿਆਂ ਹੋਇਆਂ ਅਸੀਂ ਜੀਵਨ ਵਿੱਚ ਵਸਾ ਲਵਾਂਗੇ ਤੇ ਕਹਿੰਦੇ ਫਿਰ ਇਸ ਮਨੁੱਖਾ ਜਨਮ ਦੇ ਵਿੱਚ ਗਤੀ ਜਿਹੜੀ ਉਹ ਮਿਲ ਜਾਂਦੀ ਹੈ। ਮਤਲਬ ਜੀਵ ਸਾਰੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ, ਮੁਕਤ ਹੋ ਜਾਂਦਾ ਹੈ, ਉਹਨੂੰ ਮੁਕਤੀ ਮਿਲ ਜਾਂਦੀ ਹੈ ਤੇ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਸਰੂਪ ਬਣ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਮਾਲਕ ਪਾਤਸ਼ਾਹ ਜੀ ਹੋਰ ਕਿਹੜਾ ਗਿਆਨ ਹੈ, ਕਿਹੜੀ ਸਿੱਖਿਆ ਹੈ ਜੋ ਸਤਿਗੁਰੂ ਜੀ ਉੱਥੇ ਰਹਿ ਰਹੇ ਲੋਕਾਂ ਨੂੰ ਬਖਸ਼ਦੇ ਨੇ, ਔਰ ਉਸ ਤੋਂ ਅਗਾਂਹ ਧੰਨ ਗੁਰੂ ਨਾਨਕ ਸਾਹਿਬ ਜੀ ਕੇਸ ਨਗਰ ਦੇ ਵੱਲ ਚਾਲੇ ਪਾਉਂਦੇ ਨੇ, ਔਰ ਕਿਹੜਾ ਕੌਤਕ ਸਤਿਗੁਰੂ ਜੀ ਵਰਤਾਉਂਦੇ ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।